वाहिगुरु जी का खालसा वाहिगुरु जी की फतेह। पतित पावन भगत वत्सल करुणा निदान शब्द गुरु श्री गुरु ग्रंथ साहिब जियां दी पावन हजूरी विच बड़े ही अदब सहत संध्या दे दीवाना विच आप जी जुड़ बैठे हो। आओ जिन्ना भी समा गुरु कृपा सदका प्राप्त हो रही है, प्यारे सतगुरु गुरु नानक साहब जी की महिमा में सफला बनाइए। गुरु इतिहास के पावन प्रसंगों के विचों आप जी ने सरवण किया सी। समय के नवाब के सामने जिस वेले हिसाब किताब आखिरी बार किया गया 760 रुपए का वादा गुरु नानक साहब जी के हक विच निकले है। नवाब दौलत खां बड़ा शर्मिंदा होया है। निंदका ते चुगलां कुछ सुझदा नहीं। नवाब ने सतगुरां दे सामने लिया के माया रख दी। गुरु नानक साहब जी ने इस माया नूं लैण तो इनकार किया। आखण लगे नवाब साहब ये माया खुदा अल्लाह दी है, अपने ईमान दे नाल फकीरां च वंड दिओ। अज तो बाद असीं मोदी खाना नहीं चलाउणा चाहुंदे। इन्ने वचन कह के सतगुरु जी मड़िया मसाणा में आके फिर बह गए। जीजा जयराम जी खुशी खुशी घर आए ने, पर एक गलों बड़ा बड़ा रंज है, दुख है। गुरु नानक साहब सच्चे पातशाह पहला वांगू वरतदे नहीं, बोलते नहीं। आखिरकार जयराम जियां ने मोदी खाना खाली करके जिन्ना समान सी सतगुरां दे घरे साडे माता सुलखणी जियां दी पहुंच विच रख दिता है। बेशक इस गल की खुशी है भी समान सारा घरे आ गया, पर गुरु साहब नहीं लाए। इस गल का बड़ा बड़ा रोसा ते दुख है। इन्हां सारे प्रकरणां नूं आप जी ने बड़े विस्तार सहित सरवण कीता है। आओ कुछ समा मन चित बिरतियां नूं एकाग्र चित बनाइए। सुरत करके चलिए सुल्तानपुर लोधी की पावन धरती ते। बख्शो आसीस, गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। 300 बसे हमरो ना कछ, सुन साधवी धर धीर। जिस वेले गुरु नानक साहब सच्चे पातशाह आप निरंकार जी सुल्तानपुर लोधी दी शमशान भूमि विच बैठे हैं, तन ते पुरानी कपड़ी पाई हुई है। ना मित्र भाई बाला जी नाल ने ते ना भाई मर्दाना, इकल्ले ही। पर सतगुरां तो बाद उन्हां दे धर्म पत्नी साडे माता सुलखणी जी वो बड़े दुखी ने इस गल तो। की होया? उन्हां दा पति निर्मोहा हो गया। घर परिवार पुत्रां दा मोह ही छड्ड दिता। बुलाउंदे नहीं किसे को,
ਨਾ ਬੋਲਦੇ ਨੇ ਕਿਸੇ ਨਾਲ। ਜੇ ਮੜੀਆਂ ਮਸਾਣਾ ਵਿੱਚ ਮਿਲਣ ਜਾਂਦੇ ਆ ਤੇ ਗੁਰੂ ਸਾਹਿਬ ਵੇਖ ਕੇ ਪਾਸਾ ਵੱਢ ਲੈਂਦੇ, ਮੁੱਖ ਫੇਰ ਲੈਂਦੇ। ਅੱਜ ਸਹਿਜ ਸੁਭਾਅ ਮਨ ਇੰਨਾ ਦੁਖੀ ਸੀ, ਜੈ ਰਾਮ ਜੀਆਂ ਦੇ ਪਾਸ ਬਹਿ ਕੇ ਰੋ ਕੇ ਆਖਣ ਲੱਗੇ, ਤੁਹਾਡੀ ਤੇ ਸਤਿਗੁਰ ਕਦੇ ਨਹੀਂ ਮੋੜਦੇ, ਮਨਾ ਕੇ ਘਰ ਲੈ ਆਓ। ਵੱਡੇ ਹੋ ਤੁਸੀਂ। ਆਪਣੀ ਨਣਦ ਬੇਬੇ ਨਾਨਕੀ ਜੀ ਦੇ ਪਾਸ ਬੈਠ ਕੇ ਆਖਣ ਲੱਗੇ, ਭੈਣੇ ਮੇਰੀਏ, ਤੇਰਾ ਕਿਹਾ ਤੇ ਤੇਰਾ ਵੀਰ ਕਦੇ ਵੀ ਨਹੀਂ ਮੋੜਦਾ। ਤੁਸੀਂ ਬੇਨਤੀ ਕਰ ਲਓ, ਕੋਈ ਜਾ ਕੇ ਮਿਲ ਆਓ, ਕੋਈ ਅਰਜ਼ ਕਰੋ, ਤਰਲਾ ਕਰੋ, ਤਾਂ ਜੋ ਸੱਚੇ ਪਾਤਸ਼ਾਹ ਘਰੇ ਆ ਜਾਣ। ਜਦੋਂ ਇਹ ਸਭ ਗੱਲਾਂ ਹੋਈਆਂ, ਜੈ ਰਾਮ ਜੀ ਹੱਥ ਜੋੜ ਕੇ ਆਖਣ ਲੱਗੇ, ਕਹਿਣ ਲੱਗੇ, ਕਰਮਾਂ ਵਾਲੀਏ, ਭਾਗਾਂ ਵਾਲੀਏ, ਤੈਨੂੰ ਪਤੀ ਰੂਪ ਵਿੱਚ ਉਹ ਪਰਮਾਤਮਾ ਮਿਲੇ ਹੋਏ ਨੇ ਜਿਸ ਉੱਤੇ ਇਸ ਸ੍ਰਿਸ਼ਟੀ ਦਾ ਜ਼ੋਰ ਕੋਈ ਨਹੀਂ। ਸਾਰਾ ਹੀ ਸੰਸਾਰ ਉਹਨਾਂ ਦੀ ਰਜ਼ਾ ਵਿੱਚ ਚੱਲਦਾ ਏ। ਸਿਮਰੋ ਨਿਸਬਾਸਰ ਹਿਰਦੈ, ਭਲੀ ਕਰਹਿ ਰਘਬੀਰ। ਜੇ ਤੁਸੀਂ ਸਤਿਗੁਰਾਂ ਨੂੰ ਦਿਨ ਰਾਤ ਚੇਤੇ ਕਰੋਗੇ, ਸਿਮਰੋਗੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਬਟਾਓ। ਯਾਦ ਕਰਿਆ, ਚੇਤੇ ਕਰਿਆ ਕਰੋ। ਆ ਰੋਣਾ ਧੋਣਾ, ਆ ਦੁੱਖ ਸਭ ਕੱਟੇ ਜਾਣਗੇ। ਜੋ ਦੁਨੀਆ ਦੀ ਪੱਥਰਾਂ ਦੇ ਕੀੜਿਆਂ ਦੀ ਸੁਣ ਲੈਂਦਾ, ਤੁਹਾਡੀ ਨਹੀਂ ਸੁਣਨਗੇ। ਜੈ ਰਾਮ ਜੀ ਦਿਲਾਸਾ ਦੇ ਰਹੇ ਨੇ, ਪਰ ਮਾਤਾ ਸੁਲੱਖਣੀ ਜੀ ਨੂੰ ਇਹ ਦਿਲਾਸੇ ਕੰਮ ਨਹੀਂ ਆਉਣ ਵਾਲੇ। ਉਹਨਾਂ ਨੇ ਆਪਣੇ ਆਪ ਨੂੰ ਦੁੱਖ ਦਿੱਤੇ ਹੋਏ ਆ। ਅੱਗੇ ਨਾਲੋਂ ਫਰਕ ਪੈ ਗਿਆ। ਇੱਕ ਸਮਾਂ ਉਹ ਸੀ ਜਦ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਘਰ-ਬਾਰ ਛੱਡ ਦਿੱਤਾ ਸੀ, ਮੋਦੀ ਖਾਨੇ ਰਹਿਣ ਲੱਗ ਪਏ ਸੀ। ਉਦੋਂ ਦੁਖੀ ਜ਼ਿਆਦਾ ਹੁੰਦੇ ਸੀ। ਉਦੋਂ ਐਡੀ ਅਵਸਥਾ ਨਹੀਂ ਸੀ। ਬਾਬਾ ਸ੍ਰੀ ਚੰਦ ਜੀ ਦੇ ਅਵਤਾਰ ਜਨਮ ਤੋਂ ਬਾਅਦ ਮਾਤਾ ਸੁਲੱਖਣੀ ਜੀ ਸਤਿਗੁਰਾਂ ਦੇ ਕੁਛ ਨੇੜੇ ਆ ਗਏ ਸੀ। ਕੁਝ ਸਮਝ ਆ ਗਈ। ਜਿੰਨਾ ਕੁ ਗੁਰੂ ਸਾਹਿਬ ਨੇ ਸਮਝਾਇਆ, ਜਿੰਨੀ ਕੁ ਸੋਝੀ ਬਖਸ਼ੀ ਹੈ, ਉਹਦੇ ਮੁਤਾਬਕ ਉਹਨਾਂ ਕੁ ਸਮਝ ਲੈਂਦੇ ਸੀ। ਪਰ ਅਜੇ ਵੀ ਵਿਛੋੜੇ ਦਾ ਦੁੱਖ ਝੱਲਿਆ ਜਾਂਦਾ ਨਹੀਂ। ਸਵਈਆ ਲੋਕ ਬਿਲੋਕਤ ਆਣ ਕਿਉ, ਸਹਿ ਕਜ ਰਾਮ ਸੁਜਾਈ ਜਣਾਵੇ। ਜਿੱਥੇ ਦੁਨੀਆਦਾਰੀ ਜਿਹੋ ਜਿਹਾ ਮੂੰਹ ਉਹੋ ਜੀ ਗੱਲ ਕਰ ਜਾਂਦੀ, ਉੱਥੇ ਜੈ ਰਾਮ ਕਹਿੰਦੇ ਅੰਦਰੋਂ ਬੜੇ ਦੁਖੀ ਨੇ। ਬਹੁਤ ਵੱਡਾ ਇੱਕ ਝਟਕਾ ਲੱਗਿਆ ਹੋਇਆ ਅੰਦਰੋਂ, ਸਮਝ ਨਹੀਂ ਆਉਂਦੀ। ਬੜੇ ਦੁਖੀ ਰਹਿੰਦੇ ਨੇ, ਪਰੇਸ਼ਾਨ ਰਹਿੰਦੇ ਨੇ। ਜੇ ਗੁਰੂ ਸਾਹਿਬ ਦੇ ਪਿਤਾ ਜੀ ਆ ਗਏ, ਮੈਂ ਜਵਾਬ ਕੀ ਦੇਵਾਂਗਾ। ਜੇ ਸਤਿਗੁਰਾਂ ਦੇ ਹਾਲਾਤ ਇਸੇ ਤਰ੍ਹਾਂ ਰਹੇ ਜਿਵੇਂ ਹੁਣ ਬੈਠੇ ਆ, ਇਹਨਾਂ ਦਾ ਪਰਿਵਾਰ ਗ੍ਰਸਤੀ ਤੇ ਘਰ ਕਿਵੇਂ ਚੱਲੇਗਾ। ਇੱਕ ਪਾਸੇ ਤੇ ਅੰਦਰ ਦਾ ਇਹ ਦੁੱਖ ਹੈ, ਕਿਉਂਕਿ ਸਤਿਗੁਰਾਂ ਦੇ ਵਿਚੋਲੇ ਵੀ ਤੇ ਇਹੀ ਨੇ। ਬੇਸ਼ੱਕ ਰਿਸ਼ਤੇ 'ਚ ਜੀਜਾ ਜੀ ਲੱਗਦੇ ਆ, ਪਰ ਗੁਰੂ ਨਾਨਕ ਸਾਹਿਬ ਜੀ ਦਾ ਰਿਸ਼ਤਾ ਕਰਾਉਣ ਵਾਲੇ, ਨਾਲ ਜਾ ਕੇ ਵਿਆਹ ਕੇ ਲਿਆਉਣ ਵਾਲੇ ਜੈ ਰਾਮ ਜੀ ਨੇ। ਸਾਰੀਆਂ ਜ਼ਿੰਮੇਵਾਰੀਆਂ ਇਹਨਾਂ ਦੇ ਸਿਰ ਤੇ ਨੇ, ਸਮਾਜ ਦੀਆਂ, ਧਰਮ ਦੀਆਂ, ਪਰਿਵਾਰ ਦੀਆਂ। ਪਰ ਜੈ ਰਾਮ ਜੀ ਨੂੰ ਲੋਕ ਮਾਰਦੇ ਆ, ਤਾਨੇ ਤੰਜ ਕੱਸਦੇ ਆ, ਕਹਿੰਦੇ ਉੱਤੇ ਝੱਲਾ ਹੋ ਗਿਆ। ਕੀ ਕਰੇਗਾ ਹੁਣ। ਪੱਟੀਆਂ ਵੱਡੀਆਂ ਗੱਲਾਂ ਕਰਦਾ ਹੁੰਦਾ ਸੀ, ਨਾਨਕ ਫਕੀਰ ਹੈ, ਹੁਣ ਬਣਿਆ ਫਕੀਰ। ਆਉਂਦਾ ਨੰਦਰ ਲੋਕੀ ਟਿਚਰਾਂ ਕਰਦੇ ਆ, ਮਿੱਤਰ ਦੋਸਤ ਹਾਸਿਆਂ 'ਚ ਗੱਲਾਂ ਕਰਦੇ, ਕਹਿੰਦੇ ਫਕੀਰ ਕਹਾਉਣਾ ਸੌਖਾ ਸੀ, ਅਸਲ 'ਚ ਫਕੀਰ ਉਹ ਹੁਣ ਬਣਿਆ। ਦੱਸੋ ਪਰਿਵਾਰ ਦਾ ਕੀ ਹਾਲ ਹੈ। ਜੈ ਰਾਮ ਸਭ ਦੀਆਂ ਸੁਣਦੇ ਨੇ, ਕਿਸੇ ਨੂੰ ਕੁਛ ਨਹੀਂ ਕਹਿੰਦੇ। ਕਹਿਣ ਦੇ ਹਾਲਾਤਾਂ ਵਿੱਚ ਨਹੀਂ। ਜਦ ਇਨਸਾਨ ਅੰਦਰੋਂ ਟੁੱਟ ਜਾਂਦਾ ਹੈ, ਦੁਨੀਆ ਦੇ ਤਾਨੇ ਅੰਦਰੋਂ ਖਤਮ ਕਰ ਦਿੰਦੇ ਨੇ, ਫਿਰ ਉਹ ਹਰ ਇੱਕ ਨੂੰ ਜਵਾਬ ਦੇਣਾ ਪਸੰਦ ਨਹੀਂ ਕਰਦਾ। ਸੁਣੀ ਜਾਂਦੇ ਆ। ਦੁਨੀਆ ਨੇ ਵੀ ਅੱਜ ਰੱਜ ਕੇ ਸੁਣਾਇਆ ਏ। ਜਾਨੀ ਨ ਜਾਏ ਭਈ ਗਤ ਕਿਆ, ਉਧਿਆਨ ਰਹੇ ਪੁਰ ਪਾਏ ਨਾ ਪਾਵੇਂ। ਪਰ ਸਤਿਗੁਰਾਂ ਦੇ ਜੀਜਾ ਜੀ ਦੇ ਸਾਥੀ ਨੇ, ਕੁਝ ਮਿੱਤਰ ਨੇ, ਪ੍ਰੇਮ ਕਰਨ ਵਾਲੇ ਨੇ, ਬਚਪਨ ਵਿੱਚ ਨਾਲ ਖੇਡਣ ਵਾਲੇ, ਉਹ ਘਰ ਆ ਕੇ ਦੁੱਖ ਪ੍ਰਗਟਾਉਂਦੇ ਆ। ਕਹਿੰਦੇ ਸਾਡੇ ਤੋਂ ਵੀ ਇਹ ਵੇਖਿਆ ਤੇ ਸਹਾਰਿਆ ਨਹੀਂ ਜਾਂਦਾ। ਗੁਰੂ ਸਾਹਿਬ ਦਾ ਜੰਗਲਾਂ ਵਿੱਚ ਰਹਿਣਾ, ਮੜੀਆਂ 'ਚ ਬਹਿਣਾ, ਕਬਰਾਂ 'ਚ ਰਹਿਣਾ। ਉੱਥੇ ਜਾਵੇ ਤੇ ਸਹੀ, ਕੋਈ ਮਰ ਕੇ ਜਾਵੇ ਚੰਗਾ ਲੱਗਦਾ। ਕੋਈ ਸ਼ਮਸ਼ਾਨ ਵਿੱਚ ਜਾਂਦਾ ਹੈ, ਪੈਰੋਂ ਤੁਰ ਕੇ ਨਹੀਂ ਜਾਂਦਾ, ਚੁੱਕ ਕੇ ਲਿਜਾਣਾ ਪੈਂਦਾ। ਭਾਵੇਂ ਉਹ ਕਬਰਸਤਾਨ ਹੋਵੇ ਜਾਂ ਮੜੀ ਮਸਾਨ ਹੋਵੇ,
ਜਿਉਂਦਾ ਜੀ ਤੇ ਕੋਈ ਜਾ ਕੇ ਟਿਕਾਣਾ ਨਹੀਂ ਕਰਦਾ। ਐਸਾ ਕੀ ਹੋਇਆ? ਕਿਉਂਕਿ ਸ਼ਮਸ਼ਾਨ ਘਾਟ, ਸਮੇਂ ਦੀ ਸ਼ਮਸ਼ਾਨ ਮੜੀ ਸੁਲਤਾਨਪੁਰ ਲੋਧੀ ਦੀ ਜੰਗਲਾਂ ਦੇ ਵਿੱਚ, ਉਦੋਂ ਜੰਗਲਾਨ ਹੁੰਦੇ ਸੀ ਤੇ ਗੁਰੂ ਸਾਹਿਬ ਉਹਨਾਂ ਜੰਗਲਾਂ ਵਿੱਚ ਰਹਿੰਦੇ ਆ ਜਿੱਥੇ ਜੰਗਲੀ ਜਾਨਵਰ ਵੀ ਆਉਂਦੇ ਆ। ਕਬਰਾਂ ਦੇ ਵਿੱਚ ਮੁਰਦਿਆਂ ਨੂੰ ਖੋਦ ਕਈ ਵਾਰ ਕੁਝ ਜਾਨਵਰ ਸ਼ਿਕਾਰ ਕਰ ਲੈਂਦੇ ਆ, ਪਰ ਸੱਚੇ ਪਾਤਸ਼ਾਹ ਬੇਪਰਵਾਹ ਬੈਠੇ। ਸਤਿਗੁਰਾਂ ਨੂੰ ਪ੍ਰੇਮ ਕਰਨ ਵਾਲੇ, ਜੀਜਾ ਜੈ ਰਾਮ ਜੀ ਨਾਲ ਮਿੱਤਰਤਾ ਰੱਖਣ ਵਾਲੇ ਦਿਲੋਂ ਦੁੱਖ ਪ੍ਰਗਟ ਕਰਦੇ ਆ। ਕਹਿੰਦੇ ਸਮਝ ਨਹੀਂ ਆਉਂਦਾ ਐਸਾ ਕੀ ਹੋ ਗਿਆ, ਐਸੀ ਕਿਹੜੀ ਘਟਨਾ ਦਾ ਅਸਰ ਉਹਨਾਂ ਦੇ ਜੀਵਨ ਤੇ ਹੋਇਆ ਹੈ। ਛੱਡੀ ਗਏ ਦੁਨੀਆਦਾਰੀ। ਕਿੰਨਾ ਸੋਹਣਾ ਮੋਦੀ ਖਾਨਾ ਚੱਲਦਾ ਸੀ। ਹੋਸ਼ ਭਈ ਫਰਮੋਸ਼ ਹਿਰਦੈ, ਨਹਿ ਗੋਸ਼ ਸੁਣੇ ਮਨ ਜੋਸ਼ ਨਾਵੇ। ਇਹ ਵੀ ਨਹੀਂ ਵੀ ਸਮਝ ਨਹੀਂ ਉਹਨਾਂ ਨੂੰ। ਕਹਿੰਦੇ ਹੋਸ਼ ਭਈ ਫਰਮੋਸ਼ ਹਿਰਦੈ, ਹਿਰਦੇ ਵਿੱਚ ਸਾਰੀ ਸੋਝੀ ਹੈ, ਸਾਰੀ ਸਮਝ ਹੈ। ਹੋਸ਼ਬੰਦ ਹੋ ਕੇ ਵੀ ਬੇਹੋਸ਼ ਕਿਉਂ ਹੋਏ ਬੈਠੇ ਆ? ਜਾਣ ਕੇ ਜਾਣ ਬੁੱਝ ਕੇ ਉਹ ਕੁਝ ਕਰਦੇ ਆ ਵੀ ਮੈਨੂੰ ਪਤਾ ਹੀ ਕੁਛ ਨਹੀਂ। ਚਲੋ ਇੱਕ ਤੇ ਹੁੰਦਾ ਨਾ ਵੀ ਕਿਸੇ ਨੂੰ ਮਾਨਸਿਕ ਤੌਰ ਤੇ ਪਤਾ ਨਹੀਂ ਲੱਗਦਾ, ਬੇਵੱਸ ਹੈ, ਸਮਝ ਨਹੀਂ ਹੈ, ਬੁੱਧ ਨਹੀਂ ਹੈ। ਕਹਿੰਦੇ ਹੋਸ਼ ਸਾਰੀ ਹੈ, ਹਿਸਾਬ ਕਿਤਾਬ ਦਾ ਵੀ ਪਤਾ ਹੈ। ਹਿਸਾਬ ਕਿਤਾਬ ਵਿੱਚ 760 ਦਾ ਵਾਧਾ ਲੈ ਆਏ, ਸਾਹਮਣੇ ਬਹਿ ਗਏ ਨਵਾਬ ਦੇ ਆ ਕੇ। ਜੇ ਹੋਸ਼ ਨਾ ਹੁੰਦੀ ਦੁਨੀਆਦਾਰੀ ਦੀ, ਮਤ ਹੋਸ਼ ਹੁੰਦੇ ਤੇ ਤੁਹਾਡੇ ਨਾਲ ਉੱਠ ਕੇ ਨਾ ਆਉਂਦੇ। ਆਪਣੇ ਤੇ ਬਗਾਨੇ ਦਾ ਵੀ ਪਤਾ ਹੈ। ਮਤਲਬ ਦੁਨੀਆ ਗੱਲਾਂ ਕਰਦੀ, ਲੋਕੀ ਜਦੋਂ ਦੁੱਖ ਬਣਾਉਂਦੇ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ। ਪਰ ਕਹਿੰਦੇ ਇੱਕ ਚੀਜ਼ ਹੋਰ ਹੈ, ਗੋਸ਼। ਗੋਸ਼ ਨਾਮ ਫਾਰਸੀ ਦੇ ਵਿੱਚ ਹੈ ਕੰਨਾਂ ਦਾ, ਲਿਸਨਿੰਗ, ਸੁਣਨਾ, ਹੀਅਰਿੰਗ। ਕਹਿੰਦੇ ਸੁਣਦੇ ਵੀ ਆ, ਸੁਣਾ ਵੀ ਲੈਂਦੇ ਆ, ਹਰ ਸੁਣੀ ਹੋਈ ਗੱਲ ਨੂੰ ਰਿਐਕਟ ਵੀ ਕਰਦੇ ਆ। ਜਦ ਗੁਰੂ ਨਾਨਕ ਸਾਹਿਬ ਜੀ ਕੋਲ ਆ ਕੇ ਜੈ ਰਾਮ ਜੀ ਨੇ ਆਖਿਆ ਮਹਾਰਾਜ ਹਿਸਾਬ ਕਿਤਾਬ ਹੋਣਾ, ਕਹਿੰਦੇ ਚਲੋ। ਇਹ ਕੀ ਸੀ? ਉਹਨਾਂ ਦੇ ਬਚਨਾਂ ਤੇ ਰਿਐਕਟ ਕੀਤਾ ਨਾਲ ਹੀ ਤੁਰ ਪਏ। ਕਹਿੰਦੇ ਚਲੋ ਫਿਰ ਚੱਲਦੇ ਆ। ਵੀ ਹੋਸ਼ ਵੀ ਹੈ, ਸਮਝ ਵੀ ਹੈ ਸਾਰੀ, ਸੁਣਦੇ ਵੀ ਸਭ ਕੁਝ ਨੇ, ਸੁਣ ਕੇ ਮੰਨ ਵੀ ਲੈਂਦੇ ਨੇ। ਪਰ ਐਸਾ ਕੀ ਹੋ ਗਿਆ? ਸੁਣਨ ਵਾਲਾ, ਸਮਝਣ ਵਾਲਾ, ਵੇਖਣ ਵਾਲਾ, ਸਮਝਾਉਣ ਵਾਲਾ ਅੱਜ ਝੱਲਾ ਜਾ ਕਿਉਂ ਲੱਗਦਾ? ਖੋ ਸਤਨਾਮ ਕਿਉਂ ਲੱਗਦਾ? ਮਸਤਾਨਾ ਨਹੀਂ। ਸੱਚੀ ਰੱਬ ਦੇ ਪਿਆਰੇ ਸਭ ਕੁਝ ਜਾਣਦੇ ਹੁੰਦੇ, ਅਣਜਾਣ ਨਹੀਂ ਹੁੰਦੇ। ਉਹ ਦੁਨੀਆ ਦੀਆਂ ਸਾਰੀਆਂ ਗੱਲਾਂ ਜਾਣਦੇ ਆ, ਹਰ ਚੀਜ਼ ਦਾ ਪਤਾ ਹੁੰਦਾ ਹੈ। ਜਾਣ ਕੇ ਬਸ ਅਣਜਾਣ ਹੋ ਜਾਂਦੇ ਨੇ। ਕਹਿੰਦੇ ਜਾਣ ਕੇ ਲੈਣਾ ਵੀ ਕੀ ਆ ਦੁਨੀਆ? ਜਿੰਨਾ ਦੁਨੀਆ ਬਾਰੇ ਜਾਣਾਂਗੇ ਉਹਨੇ ਦੁਖੀ ਹੋਵਾਂਗੇ, ਪਰੇਸ਼ਾਨ ਹੋਵਾਂਗੇ। ਸੁਭਾਵਿਕ ਗੱਲ ਹੈ ਜੀ। ਇੱਕ ਆਮ ਗੁਰਸਿੱਖ ਹੋਵੇ, ਸਿਰਫ ਬੰਦਗੀ ਕਰਦਾ, ਬਾਣੀ ਪੜ੍ਹਦਾ, ਮੈਂ ਕਹਿੰਦਾ ਜਿੰਨਾ ਸੁੱਖ ਉਹਦੀ ਜ਼ਿੰਦਗੀ 'ਚ ਹੈ ਉਹਨਾਂ ਸਾਡੇ ਵਰਗੇ ਪ੍ਰਚਾਰਕਾਂ ਦੀ ਜ਼ਿੰਦਗੀ 'ਚ ਸੁੱਖ ਨਹੀਂ ਹੈ। ਇਹ ਸੱਚ ਹੈ। ਜਿੰਨੇ ਤੁਸੀਂ ਵੱਧ ਗ੍ਰੰਥ ਪੜ੍ਹੋਗੇ, ਜਿੰਨੀਆਂ ਵੱਧ ਵਿਚਾਰਾਂ ਸਮਝਦੇ ਜਾਓਗੇ, ਉਹਨੇ ਉਲਝਦੇ ਜਾਓਗੇ, ਪਰੇਸ਼ਾਨ ਹੁੰਦੇ ਜਾਓਗੇ। ਗਿਆਨ ਭਗਤੀ ਦੇ ਬਰਾਬਰ ਰਹੇ ਤੇ ਸੁਖਦਾਈ ਹੈ। ਜੇ ਕੱਲਾ ਗਿਆਨ ਹੋ ਜੇ ਤੇ ਚੁੰਚ ਗਿਆਨੀ ਬਣਾ ਦਿੰਦਾ। ਗੁਰੂ ਘਰ ਦੇ ਵਿੱਚ ਤੁਸੀਂ ਸ਼ਰਧਾ ਨਾਲ ਸੁਣਦੇ ਹੋ, ਜਿੱਦਣ 4 ਕਿਤਾਬਾਂ ਪੜ੍ਹਦੇ ਨਾ, ਏਦਾਂ ਨਹੀਂ, ਏਦਾਂ ਫਲਾਣੀ ਥਾਂ ਲਿਖਿਆ, ਤੂੰ ਕਿਵੇਂ ਸੁਣਾਤਾ? ਫਿਰ ਕੀ ਰਹਿ ਗਿਆ? ਸ਼ਾਂਤੀ ਨਹੀਂ ਰਹੇਗੀ, ਇਕਾਗਰਤਾ ਨਹੀਂ ਰਹਿਣੀ। ਜਿੰਨਾ ਗਿਆਨ ਦੁਨੀਆ ਦਾ ਸਾਡੇ ਪੱਲੇ ਆਉਂਦਾ ਜਾਊ, ਉਹਨੇ ਨਾ ਸਮਝ ਹੁੰਦੇ ਜਾਵਾ, ਢੀਠ ਹੋ ਜਾਂਦੇ। ਢੀਠ ਕੌਣ ਹੁੰਦਾ ਜੀ? ਢੀਠ ਉਹਨੂੰ ਕਿਹਾ ਜਾਂਦਾ ਜਿਹਨੂੰ ਪਤਾ ਵੀ ਸਾਰਾ ਕੁਝ ਹੈ, ਹਰ ਚੀਜ਼ ਕਰ ਵੀ ਸਕਦਾ ਹੈ, ਸਮਰੱਥ ਵੀ ਹੈ, ਪਰ ਕਹਿੰਦਾ ਛੱਡ ਪਰਾਂ। ਢੀਠ ਉਸੇ ਨੂੰ ਕਿਹਾ ਜਾਂਦਾ। ਕਈ ਵਾਰ ਆਪਾਂ ਬੱਚਿਆਂ ਨੂੰ ਢੀਠ ਸ਼ਬਦ ਵਰਤਦੇ ਆ, ਉਹਨਾਂ ਨੂੰ ਪਤਾ ਹੈ ਵੀ ਵਿਹਲੇ ਰਹਿ ਕੇ ਜ਼ਿੰਦਗੀ ਦਾ ਗੁਜ਼ਾਰਾ ਨਹੀਂ, ਪਰ ਢੀਠ ਹੋਣਾ ਕਹਿੰਦੇ ਜਦ ਤੱਕ ਨਿਕਲਦਾ ਕੰਮ ਚਲਾਈ ਚਲੋ। ਇਹ ਢੀਠ ਹੋਣਾ। ਕਹਿੰਦੇ ਐਸਾ ਕੀ ਹੋਇਆ? ਉਹ ਢੀਠ ਹੋਏ ਬੈਠੇ ਆ, ਸਭ ਕੁਝ ਜਾਣਦੇ ਨੇ, ਹਰ ਚੀਜ਼ ਉਹਨਾਂ ਨੂੰ ਪਤਾ ਹੈ। ਹਿਸਾਬ ਕਿਤਾਬ ਤੋਂ ਲੈ ਕੇ ਜ਼ਿੰਮੇਵਾਰੀ, ਕਿਵੇਂ ਕਿਸੇ ਨੂੰ ਮਿਲਣਾ ਹੈ, ਕਿਵੇਂ ਕਿਸੇ ਨਾਲ ਵਿਚਾਰ ਕਰਨੀ ਹੈ, ਪਰ ਜਾਣ ਬੁੱਝ ਕੇ ਏਦਾਂ ਦਾ ਭੇਸ ਪਾ ਲੈਣਾ, ਮੜੀਆਂ ਕਬਰਾਂ ਸ਼ਮਸ਼ਾਨਾਂ ਵਿੱਚ ਜਾ ਬਹਿਣਾ, ਆਖਣਾ ਮੇਰਾ ਕੋਈ ਨਹੀਂ ਤੇ ਮੈਂ ਕਿਸੇ ਦਾ ਨਹੀਂ। ਜੈ ਰਾਮ ਜੀ ਸਾਡੀ ਸਮਝ ਤੋਂ ਬਾਹਰ ਹੈ। ਬੋਲਤ ਬੋਲ ਨ ਕਾਹੂ ਬੇਲੋਕ ਹੈ, ਨਾ ਕਿਸ ਲੋਕ ਸੋ ਭੇਦ ਬਤਾਵੇਂ। ਜਦੋਂ ਸੁਣਦੇ ਆ ਜੈ ਰਾਮ ਫਿਰ ਦੱਸਦੇ ਆ, ਕਹਿੰਦੇ ਭਾਈ ਉਹ ਬੁਲਾਇਆ ਬੋਲਦੇ ਨਹੀਂ ਕਿਸੇ ਨਾਲ। ਤੁਸੀਂ ਕਹਿੰਦੇ ਹੋ ਸੁਣਦੇ ਨੇ, ਨਹੀਂ ਸੁਣਦੇ ਕਿਸੇ ਦੀ, ਨਹੀਂ ਸੁਣਦੇ। ਨਾ ਦਿਲ ਦਾ ਭੇਦ ਕਿਸੇ ਨਾਲ ਸਾਂਝਾ ਕਰਦੇ ਨੇ, ਨਾ ਦਿਲ ਦਾ ਭੇਦ ਦਿੰਦੇ ਤੇ ਨਾ ਕਿਸੇ ਦਾ ਭੇਦ ਲੈਂਦੇ। ਗੱਲਾਂ ਹੀ ਦੋ ਨੇ।
ਇਹ ਦੋ ਹੀ ਗੱਲਾਂ ਤੁਸੀਂ ਉਲਝੇ ਹੋਏ ਆ। ਸਾਡੀ ਹਰ ਵੇਲੇ ਕੋਸ਼ਿਸ਼ ਰਹਿੰਦੀ ਹੈ ਉਹ ਕੀ ਗੱਲਾਂ ਕਰਦਾ ਹੈ। ਕਿੰਨੇ ਦੁਖੀ ਆ ਅਸੀਂ ਇਹ ਗੱਲ ਤੋਂ ਯਾਰ, ਉਹ ਗੱਲਾਂ ਕਰਦੇ ਆ, ਉਹ ਇਕੱਠੇ ਰਹਿੰਦੇ ਆ, ਹਾਏ ਪਤਾ ਨਹੀਂ ਸਾਡੇ ਬਾਰੇ ਕੀ ਕਹਿੰਦੇ ਹੋਣੇ। ਫਿਰ ਇਹ ਫਿਕਰ ਹੈ ਜੇ ਮੈਂ ਉਸ ਬੰਦੇ ਨਾਲ ਉੱਠ ਬੈਠ ਗਿਆ ਕਿਤੇ ਮੇਰਾ ਭੇਦ ਹੀ ਨਾ ਲੈ ਜੇ ਗੱਲਾਂ ਚ। ਭੇਦ ਸ਼ਬਦ ਫਰਕ ਨੂੰ ਕਹਿੰਦੇ ਆ। ਜਦੋਂ ਫਰਕ ਮਨ ਵਿੱਚ ਪੈ ਜੇ ਫਿਰ ਇਸੇ ਚੀਜ਼ ਦਾ ਡਰ ਰਹਿੰਦਾ ਹੈ ਕੌਣ ਕੀ ਕਰਦਾ ਹੈ। ਅੱਜ ਅਸੀਂ ਕਦੇ ਆਪਣੇ ਆਪ ਨੂੰ ਨਹੀਂ ਵੇਖਿਆ ਮੈਂ ਕੀ ਕਰਦਾ, ਮੇਰੀ ਸੁਰਤ ਰਹਿੰਦੀ ਉਹ ਕੀ ਕਰਦਾ, ਇਹ ਕੀ ਕਰਦਾ। ਇਹ ਕੀ ਹੈ ਜੀ? ਦੁੱਖਾਂ ਦਾ ਕਾਰਨ ਹੈ। ਅੱਧ ਤੋਂ ਵੱਧ 80% ਦੁੱਖ ਮਨੁੱਖ ਨੇ ਉਹ ਆਪ ਸਹੇੜੇ ਹੋਏ ਆ, ਜੋ ਰੱਬ ਨੇ ਨਹੀਂ ਦਿੱਤੇ, ਜੋ ਸਿਰਫ ਇਹਨੇ ਆਪ ਬਣਾਏ ਨੇ, ਆਪ ਹੀ ਪਾਲੇ ਨੇ, ਆਪ ਹੀ ਸੋਚ ਸੋਚ ਦੁਖੀ ਹੋਈ ਜਾਂਦਾ ਹੈ। ਕਹਿੰਦੇ ਜੀ ਉਹ ਨਾ ਕਿਸੇ ਦੀ ਸੁਣਦੇ ਨੇ ਨਾ ਕਿਸੇ ਨੂੰ ਸੁਣਾਉਂਦੇ ਆ, ਬੇਪਰਵਾਹ ਨੇ। ਰੱਬ ਦੇ ਪਿਆਰੇ ਕਿਸੇ ਦੀ ਪਰਵਾਹ ਥੋੜਾ ਕਰਦੇ ਆ। ਰਾਜਾ ਮਹਾਰਾਜਾ ਜੇ ਉਹ ਨਹੀਂ ਪਰਵਾਹ ਕਰਦੇ, ਕਹਿੰਦੇ ਹੋ ਰਾਜਾ ਆਪਣੇ ਘਰੇ ਨੂੰ ਸਾਡਾ ਕੀ ਲੱਗਦਾ। ਕੋਈ ਮੰਗਣ ਆ ਗਿਆ ਕਹਿੰਦੇ ਅਸੀਂ ਕੀ ਲੈਣਾ ਹੈ, ਕੋਈ ਦਾਨ ਦੇਣ ਆ ਗਿਆ ਕਹਿੰਦੇ ਸਾਡਾ ਤੇ ਲੈਣ ਦੇਣ ਤੇਰੇ ਨਾਲ ਕੋਈ ਨਹੀਂ, ਅਸੀਂ ਨਹੀਂ ਜਾਣਦੇ ਤੇ ਪਰਵਾਹ ਨਹੀਂ ਨਾ ਕਿਸੇ ਦੀ। ਇਸੇ ਕਰਕੇ ਬਾਣੀ ਨੇ ਕਿਹਾ ਪਰਵਾਹ ਨਹੀਂ ਕਿਸੇ ਕੇਰੀ ਬਾਝ ਸੱਚੇ ਨਾਏ। ਜਿਹਦੀ ਸੱਚੇ ਨਾਲ ਯਾਰੀ ਲੱਗ ਗਈ ਉਹ ਕੱਚੀਆਂ ਯਾਰੀਆਂ ਦੀ ਪਰਵਾਹ ਨਹੀਂ ਕਰਦਾ। ਜੈ ਰਾਮ ਜੀ ਨੂੰ ਇਸ ਗੱਲ ਦਾ ਸਦਮਾ ਹੈ, ਇਸ ਗੱਲ ਦਾ ਦੁੱਖ ਹੈ। ਆਪਣੇ ਮਿੱਤਰਾਂ ਨੂੰ ਦੱਸਦੇ ਆ, ਕਹਿੰਦੀ ਅੱਗੇ ਤੇ ਅੱਗੇ ਨਵਾਬ ਦੀ ਪਰਵਾਹ ਨਹੀਂ ਸੀ ਕਰਦੇ, ਲੋਕਾਂ ਦੀ ਨਹੀਂ ਸੀ ਕਰਦੇ, ਉਹ ਹੁਣ ਤੇ ਗੁਰੂ ਸਾਹਿਬ ਸਾਡੀ ਵੀ ਪਰਵਾਹ ਨਹੀਂ ਕਰਦੇ। ਆਖੋ ਸਤਿਨਾਮ ਨਹੀਂ ਕਰਦੇ। ਘਰ ਪਰਿਵਾਰ ਦੀ ਪਰਵਾਹ ਛੱਡ ਦਿੱਤੀ। ਦੋ ਤਰ੍ਹਾਂ ਦੇ ਬੇਪਰਵਾਹ ਬੰਦੇ ਹੁੰਦੇ ਆ। ਇੱਕ ਤੇ ਦੁਨੀਆ ਦੀ ਪਰਵਾਹ ਨਹੀਂ ਕਰਦਾ ਪਰ ਆਪਣੇ ਟੱਬਰ ਦੀ ਪਰਵਾਹ ਬਹੁਤ ਕਰਦਾ ਹੈ। ਇੱਕ ਇਨਸਾਨ ਐਸਾ ਹੁੰਦਾ ਹੈ ਘਰੇ ਜੋ ਮਰਜ਼ੀ ਹੋਵੇ ਕਹਿੰਦਾ ਮੈਨੂੰ ਕੀ ਹੈ, ਉਹਨੂੰ ਲੋਕਾਂ ਦਾ ਫਿਕਰ ਰਹਿੰਦਾ ਹੈ, ਉਹ ਨਾ ਭੁੱਖਾ ਰਹਿ ਜੇ, ਫਲਾਣਾ ਨਾ ਰਹਿ ਜੇ, ਆਪਣੇ ਜਵਾਕ ਭਾਵੇਂ ਭੁੱਖੇ ਸੋਣ। ਫਰਕ ਆ ਨਾ ਵੀ ਇਹ ਪਰਵਾਹ ਆਪਣੀ ਹੈ ਤੇ ਦੂਜੀ। ਇੱਕ ਉਹ ਹੁੰਦਾ ਏ ਸਿਰਫ ਆਪਣੇ ਸਰੀਰ ਦੀ ਕੇਅਰ ਕਰਦਾ ਹੈ, ਪਰਵਾਹ ਕਰਦਾ ਹੈ, ਦੁਨੀਆ ਜਿੱਥੇ ਮਰਜ਼ੀ ਜਾਏ ਸਾਨੂੰ ਕੀ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਦਾਂ ਆਪਣੀ ਪਰਵਾਹ ਕਰ ਰਹੇ ਨੇ, ਸਰੀਰ ਤੇ ਕਿਹੋ ਜਿਹੇ ਕੱਪੜੇ ਆ, ਕਿਹੋ ਜਿਹੇ ਵਸਤਰ ਪਾਏ ਆ, ਨਾ ਉਹ ਪਰਿਵਾਰ ਦੀ ਪਰਵਾਹ ਕਰਦੇ ਆ ਨਾ ਸੰਸਾਰ ਦੀ ਕਰਦੇ ਆ। ਸੱਚਮੁੱਚ ਅਲਫ ਬੇਪਰਵਾਹ, ਇੱਕ ਸੱਚ ਦੀ ਪਰਵਾਹ ਕਰਦੇ ਆ। ਜੈ ਰਾਮ ਕਹਿੰਦੇ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ, ਮੈਨੂੰ ਇਹ ਚੰਗਾ ਨਹੀਂ ਲੱਗਦਾ। ਇੱਥੋਂ ਤੱਕ ਚਲੋ ਸਾਡੀ ਪਰਵਾਹ ਕਰਨ ਨਾ ਕਰਨ, ਕਹਿੰਦੇ ਆਪਣੀ ਧਰਮ ਪਤਨੀ ਕਿਤੇ ਕਰ ਲੈਣ, ਉਹਨਾਂ ਨੂੰ ਤੇ ਪੁੱਛ ਲੈਣ। ਜਦੋਂ ਇਹ ਕਿਤੇ ਮਿਲ ਜਾਂਦੇ ਨੇ ਸਾਡੇ ਮਾਤਾ ਸੁਲੱਖਣੀ ਜੀ, ਕਿਉਂਕਿ ਅਸੀਂ ਮਾਤਾ ਕਹਾਂਗੇ। ਗੁਰੂ ਨਾਨਕ ਸਾਹਿਬ ਦੇ ਧਰਮ ਪਤਨੀ ਨੇ, ਗੁਰੂ ਸਾਹਿਬ ਜਗਤ ਦੇ ਪਿਤਾ ਨੇ। ਮਾਂ ਸੁਲੱਖਣੀ ਜਦ ਕਿਤੇ ਮਿਲਣ ਜਾਂਦੇ ਆ, ਮਰਦ ਵੇਖ ਕੇ ਪਹਿਲਾਂ ਹੀ ਪਾਸਾ ਵੱਟ ਜਾਂਦੇ ਆ। ਕਦੇ ਨਹੀਂ ਸੋਚਿਆ ਵੀ ਸਾਡੇ ਧਰਮ ਪਤਨੀ ਸ਼੍ਰੀ ਚੰਦ ਜੀ ਦੇ ਮਾਤਾ ਜੀ ਨੇ, ਅਜੇ ਪੇਟ ਵਿੱਚ ਬੱਚੇ ਪਲ ਰਹੇ ਨੇ, ਬਾਬਾ ਲਖਮੀ ਦਾਸ ਜਿਨ੍ਹਾਂ ਦਾ ਜਨਮ ਹੋਣਾ, ਨਾ ਕੋਈ ਖੁਸ਼ੀ ਹੈ ਨਾ ਕੋਈ ਗਮ ਹੈ, ਨਾ ਕਿਸੇ ਦੀ ਪਰਵਾਹ ਹੈ। ਮਾਨਵ ਭੇਵ ਨ ਜਾਣਵ ਜੋ ਮਨ ਆਨਵ ਸੋ ਨਿਜ ਕੀ ਸਖਤਾਏ। ਕਹਿੰਦੇ ਜੀ ਮਨੁੱਖ ਉਹਨਾਂ ਦਾ ਭੇਦ ਨਹੀਂ ਜਾਣ ਸਕਦੇ, ਜੋ ਚਿੱਤ ਕਰਦਾ ਏ ਉਹ ਕਰਦੇ ਨੇ, ਉਹ ਬੇਪਰਵਾਹ ਰਹਿੰਦੇ ਆ, ਕਿਸੇ ਨੂੰ ਸਲਾਹ ਨਹੀਂ ਦਿੰਦੇ ਨਾ ਸਲਾਹ ਲੈਂਦੇ ਕਿਸੇ ਦੀ। ਦੁਨੀਆ ਉਹਨਾਂ ਨੂੰ ਕੀ ਕਹਿੰਦੀ ਇਸ ਗੱਲ ਦਾ ਫਿਕਰ ਨਹੀਂ ਲੈਂਦਾ। ਫਰਕ ਨਹੀਂ ਹੁੰਦਾ। ਸਾਨੂੰ ਫਰਕ ਹੈ ਜੀ, ਅਸੀਂ ਲੱਖ ਸਾਧ ਬਣ ਜਾਈਏ ਸਾਨੂੰ ਫਰਕ ਹੈ ਲੋਕ ਸਾਡੇ ਬਾਰੇ ਕੀ ਕਹਿੰਦੇ ਆ। ਗੁਰੂ ਘਰ ਵੀ ਆਏ ਬਾਣੀ ਪੜ੍ਹਦੇ ਵੀ ਖਿਆਲ ਰਹਿੰਦਾ ਲੋਕ ਸਾਡੇ ਬਾਰੇ ਕੀ ਸੋਚਦੇ ਆ, ਪਰ ਗੁਰੂ ਸਾਹਿਬ ਨੂੰ ਨਹੀਂ ਸੀ ਫਰਕ। ਜੈ ਰਾਮ ਕਹਿ ਰਹੇ ਆ, ਕਹਿੰਦੇ ਦੁਨੀਆ ਜੋ ਕਹਿੰਦੀ ਕਹੀ ਜਾਵੇ ਮੈਨੂੰ ਇਹ ਵੀ ਫਰਕ ਨਹੀਂ। ਦੁੱਖ ਇਸ ਗੱਲ ਦਾ ਮੁੱਖ ਸਾਥੋਂ ਵੀ ਮੋੜ ਗਏ, ਸਾਡੇ ਨਾਲ ਕਿਉਂ ਮੁੱਖ ਮੋੜੇ? ਅਸੀਂ ਤੇ ਗੁਰੂ ਸਾਹਿਬ ਨੂੰ ਕਦੇ ਮਾੜਾ ਨਹੀਂ ਸੀ ਕਿਹਾ, ਕਿਸੇ ਕੰਮ ਤੋਂ ਨਹੀਂ ਸੀ ਰੋਕਿਆ। ਖਰੇ ਆਪ ਹੀ ਜਾਣਦੇ ਨੇ ਕਿਹੜੀ ਗੱਲ ਦਾ ਗਮ ਉਹਨਾਂ ਦੇ ਮਨ ਵਿੱਚ ਹੈ, ਉਹ ਕਿਉਂ ਸਭ ਕੁਝ ਛੱਡ ਗਏ ਨੇ। ਓ ਕਤੰ ਕਛ ਕੋ ਬਕਤੰ ਕਛ ਬਾਵਰ ਭਾ ਕਿਦਾ ਭੂਤ ਲਗਾਏ। ਜਦੋਂ ਇਹ ਸਾਰੀਆਂ ਗੱਲਾਂ ਲੋਕੀ ਸੁਣ ਲੈਂਦੇ, ਲੋਕ ਪਤਾ ਫਿਰ ਕੀ ਰਿਜ਼ਲਟ ਕੱਢ ਕੇ ਜਾਂਦੇ ਆ। ਕਹਿੰਦੇ ਜੀ ਜੇ ਤੁਹਾਡੇ ਤੇ ਕਹੇ ਦਾ ਵੀ ਫਰਕ ਨਹੀਂ ਪੈਂਦਾ ਫਿਰ ਤੇ ਕੋਈ ਭੂਤ ਹੀ ਜੇ ਬੜਿਆ ਹੋਏ, ਫਿਰ ਤੇ ਬਾਬਰਾ ਹੋ। ਬਾਬਰਾ ਕਿਹਨੂੰ ਕਹਿੰਦੇ ਆ ਜੀ? ਚੱਲ ਖਲਾਰ ਨਾਲ ਇਹਨੂੰ ਆਪਣੇ ਪਰਾਏ ਦੀ ਸੋਝੀ ਨਹੀਂ, ਆਪਣੇ ਵੀ ਕੱਪੜੇ ਪਾੜ ਦੂ ਤੇ ਦੂਜਿਆਂ ਦੇ ਵੀ ਪਾੜ ਦੂ, ਕਹਿੰਦੇ ਬਾਬਰਾ। ਇਹਦੀ ਸ਼ੁਰੂਆਤ ਹੈ। ਮਰਦ ਨੇ ਬਾਣੀ ਚ ਆਪ ਲਿਖਿਆ, ਕਹਿੰਦੇ ਕੋਈ ਆਖੇ ਭੂਤ ਨਾ ਉਹ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕੋਈ ਤੇ ਵਿਚਾਰਾ ਕਹਿੰਦਾ, ਕਹਿੰਦੇ ਭਗਤ ਆਦਮੀ ਸੀ, ਬੜਾ ਦਾਨੀ ਪੁੰਨੀ ਸੀ, ਪਤਾ ਨਹੀਂ ਵਿਚਾਰੇ ਨੂੰ ਕੀ ਹੋ ਗਿਆ। ਕਈ ਕਹਿੰਦੇ ਵਿਗੜਿਆ ਹੋਇਆ, ਕੋਈ ਕਹਿੰਦੇ ਭੂਤਨਾ ਹੈ, ਕੋਈ ਕਹਿੰਦੇ ਨੂੰ ਪ੍ਰੇਤ ਚਿੰਬੜਿਆ, ਕਈ ਕਹਿੰਦੇ ਬਾਬਰਾ ਝੱਲਾ ਹੋਇਆ ਜਾਣ ਬੁੱਝ ਕੇ, ਪਤਾ ਸਾਰਾ ਕੁਛ ਹੈ। ਉਹਨੂੰ ਕੀ ਕਹਿੰਦੇ ਆਪਾਂ?
ਢੀਠ ਹੋਇਆ ਵਿਗੜਿਆ। ਜਿਸ ਬੰਦੇ ਨੂੰ ਸਾਰਾ ਕੁਝ ਪਤਾ ਹੋਵੇ ਨਾ ਜੀ, ਪਰ ਪਤਾ ਹੋਣ ਦੇ ਬਾਵਜੂਦ ਨਾ ਕਰੇ, ਅਸੀਂ ਕਹਿੰਦੇ ਹਾਂ ਮੱਛਰਿਆ ਹੋਇਆ, ਵਿਗੜਿਆ ਏ, ਬਾਵਰਾ ਹੋ ਗਿਆ। ਕਹਿੰਦੇ ਜਦੋਂ ਘਰੇ ਬਹਿ ਕੇ ਗੱਲਾਂ ਕਹਿ ਦਿਆ ਕਰਨ, ਜੈ ਰਾਮ ਜੀ ਬੜੇ ਹੈਰਾਨ ਹੁੰਦੇ। ਕਹਿੰਦੇ ਲੋਕ ਆਪਣੇ ਹੋ ਕੇ ਵੀ ਆਪਣੇ ਨਹੀਂ, ਜਿੰਨੇ ਦੁੱਖ ਆਪਣੇ ਦੇ ਜਾਂਦੇ ਨੇ ਤੇ ਬੇਗਾਨੇ ਨਹੀਂ ਦਿੰਦੇ। ਉਹ ਆਪਣਾਪਣ ਜਿਤਾਉਂਦੇ ਜਦ ਝੱਲਾ ਤੇ ਬਾਬਰਾ ਕਹਿੰਦੇ ਆ ਨਾ, ਮਸਤਾਨਾ ਕਹਿ ਦਿੰਦੇ ਆ, ਤੇ ਅੰਦਰੋਂ ਦੁੱਖ ਲੱਗਦਾ ਹੈ, ਪੀੜਾ ਹੁੰਦੀ ਹੈ। ਪਰ ਗੁਰੂ ਸਾਹਿਬ ਨੂੰ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ। ਲੋਕੀ ਸਾਹਮਣੇ ਕਹਿੰਦੇ ਜਾ ਕੇ, ਸ਼ਮਸ਼ਾਨ ਵਿੱਚ ਬੈਠੇ ਆ ਕਈ, ਆ ਕੇ ਕਹਿੰਦੇ ਆ ਵੀ ਜੇ ਇਹਨੂੰ ਫਰਕ ਪੈ ਜੇ ਘਰ ਨੂੰ ਨਹੀਂ ਆਲੇ ਮੁੜ ਕੇ। ਪਿੰਡ ਦੇ ਚੌਧਰੀ ਹੋਰ ਆਮ ਲੋਕ ਵੀ ਆ ਕੇ ਸਮਝਾਉਂਦੇ ਆ, ਨਾਨਕ ਜੀ ਘਰ ਜਾਓ, ਇੱਥੇ ਕਿੱਥੇ ਬੈਠੇ ਹੋ। ਗਾਵਾਂ ਮੱਝਾਂ ਚਾਰਨ ਵਾਲੇ ਸਤਿਗੁਰਾਂ ਦੇ ਮਿੱਤਰ ਸਾਥੀ ਵੀ ਕਈ ਵਾਰ ਵੱਧ ਘੱਟ ਬੋਲ ਜਾਂਦੇ ਆ, ਗੁਰੂ ਸਾਹਿਬ ਸੁਣਦੇ ਹੀ ਨਹੀਂ। ਇੱਕ ਤੇ ਹੁੰਦਾ ਨਾ ਵੀ ਸੁਣ ਕੇ ਬੋਲਣਾ ਹੀ ਨਹੀਂ, ਕਿਸੇ ਦਾ ਜਵਾਬ ਹੀ ਨਹੀਂ ਦੇਣਾ। ਉਹ ਕਹਿੰਦੇ ਇੰਨਾ ਸਮਾਂ ਨਹੀਂ ਸਾਡੇ ਕੋਲ ਸੁਣੀ ਅਸੀਂ ਕਿਸੇ ਦੀ, ਕੀ ਲੈਣਾ ਕਿਸੇ ਦੀਆਂ ਗੱਲਾਂ 'ਚ। ਸੱਚੀ ਗੱਲ ਹੈ, ਜਿੱਦਣ ਅਸੀਂ ਲੋਕਾਂ ਦੀਆਂ ਸੁਣਨੀਆਂ ਬੰਦ ਕਰ ਦਾਂਗੇ, ਸਾਡੀਆਂ ਬੋਲਣੀਆਂ ਆਪੇ ਬੰਦ ਹੋ ਜਾਣੀਆਂ। ਆਖੋ ਸਤਨਾਮ। ਮੈਂ ਕਹਾ ਮੈਂ ਨਿੰਦਿਆ ਨਹੀਂ ਕਰਨੀ, ਮੈਂ ਚੁਗਲੀ ਨਹੀਂ ਕਰਨੀ, ਮੈਂ ਸਹੁੰ ਖਾਧੀ, ਪਰ ਮੈਨੂੰ ਕਿਸੇ ਨੇ ਆ ਕੇ ਦੱਸਤਾ ਫਲਾਣਾ ਤੇ ਤੈਨੂੰ ਗਾਲਾਂ ਕੱਢਦਾ, ਉਹਦੇ ਕਹਿੰਦਾ ਠੱਗ ਹੈ, ਚੋਰ ਹੈ, ਕਰੈਕਟਰਲੈਸ ਹੈ, ਫਲਾਣਾ ਹੈ। ਸੁਭਾਵਿਕ ਹੀ ਬੰਦਾ ਜ਼ੁਬਾਨ ਤੋਂ ਬੋਲ ਪੈਂਦਾ, ਬੜਾ ਚੰਗਾ ਉਹ, ਮੈਨੂੰ ਪਤਾ ਉਹ ਕੀ ਕੁਝ ਕਰਦਾ ਹੈ। ਗੁਰਬਾਣੀ ਕਹਿੰਦੀ ਸੁਣਨਾ ਹੀ ਛੱਡ ਦਿਓ, ਸੁਣਨਾ ਛੱਡ ਦਿਓ, ਕਹਿਣਾ ਛੱਡ ਦਊਗੇ। ਗੁਰੂ ਸਾਹਿਬ ਨੇ ਇਹ ਗੁਣ ਅਪਣਾਇਆ ਹੋਇਆ ਹੈ। ਸੁਣਦੇ ਨਹੀਂ, ਚੰਗਾ ਵੀ ਬੋਲਦੇ ਆ, ਮਾੜਾ ਵੀ ਬੋਲਦੇ ਆ, ਬਸ ਏਦਾਂ ਰਹਿੰਦੇ ਆ ਜਿਵੇਂ ਪੱਥਰ ਦੀ ਮੂਰਤ ਹੋਵੇ। ਨਾਨਕੀ ਏਕ ਰਹੀ ਔਰ ਮੈਂ ਥਿਰ, ਮੇਰ ਸਮਾਨ ਨ ਸੋਏ ਡੁਲਾਈ। ਪਰ ਸਤਿਗੁਰਾਂ ਦੇ ਭੈਣ ਬੇਬੇ ਨਾਨਕੀ ਜੀ, ਉਹਨਾਂ ਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ, ਕੋਈ ਗਮ ਨਹੀਂ ਵੀ ਮੇਰਾ ਵੀਰ ਘਰ ਨਹੀਂ ਰਹਿੰਦਾ, ਧੂੜ ਪਾਈ ਬੈਠਾ ਮਸਾਨ 'ਚ, ਮਸਾਣੀਆਂ 'ਚ ਬੈਠਾ, ਕਿਉਂਕਿ ਭਰੋਸਾ ਬਹੁਤ ਵੱਡਾ ਸੀ। ਜੇ ਕਿਤੇ ਜੈ ਰਾਮ ਡੋਲਦੇ ਸਮਝਾਉਂਦੇ, ਕਹਿੰਦੇ ਡੋਲੋ ਨਾ, ਉਹ ਕਰਨ ਕਾਰਨ ਪਰਮਾਤਮਾ ਨੇ ਜੋ ਕਰਦੇ ਨੇ ਚੰਗਾ ਹੀ ਕਰਦੇ ਨੇ। ਸਾਡੀਆਂ ਨਜ਼ਰਾਂ ਨੂੰ ਬੁਰਾ ਲੱਗ ਸਕਦਾ, ਉਹਨੂੰ ਥੋੜੀ ਬੁਰਾ ਲੱਗਦਾ, ਜੋ ਕਰਦੇ ਸਹੀ ਕਰਦੇ। ਤੇ ਇਸੇ ਕਰਕੇ ਸਾਡੇ ਮਾਤਾ ਸੁਲੱਖਣੀ ਜੀ ਨੂੰ ਇਹ ਚੰਗਾ ਨਹੀਂ ਲੱਗਦਾ। ਉਹ ਕਹਿੰਦੇ ਮੇਰੀ ਨਣਦ ਜਾਣ ਬੁੱਝ ਕੇ ਆਪਣੇ ਵੀਰ ਨੂੰ ਨਹੀਂ ਸਮਝਾਉਂਦੀ। ਆਖੋ ਸਤਿਨਾਮ। ਇਹਨਾਂ ਦਾ ਕਿਆ ਮੰਨਦੇ ਆ, ਉਹ ਜਾਣ ਕੇ ਨਹੀਂ, ਕਿਤੇ ਨਾ ਕਿਤੇ ਅਕਾਰਨ ਵੈਰ ਸੋਚ ਦੇ ਮੁਤਾਬਕ। ਆਹ ਸੱਚੀ ਗੱਲ ਹੈ। ਤੁਸੀਂ ਨਾ ਜਿਹਨੂੰ ਮਰਜ਼ੀ ਆਪਣਾ ਦੁਸ਼ਮਣ ਬਣਾ ਲਓ, ਜਿਹਨੂੰ ਮਰਜ਼ੀ। ਰਾਹ ਜਾਂਦਾ ਬੰਦਾ ਉਹਦੇ ਬਾਰੇ ਕਿਸੇ ਉਹਨੇ ਤੁਹਾਨੂੰ ਅੱਖ ਕੱਢ ਕੇ ਜੇ ਵੇਖ ਲਿਆ ਨਾ, ਉਹ ਤੁਹਾਡੀ ਮਰਜ਼ੀ ਹੈ, ਤੁਸੀਂ ਕਿਹੜੇ ਹਿਸਾਬ ਨਾਲ ਸੋਚਣਾ। ਹਾਂ ਇਹ ਕੌਣ ਹੁੰਦਾ ਅੱਖਾਂ ਕੱਢਣ ਵਾਲਾ, ਇਹ ਮੇਰੇ ਬਾਰੇ ਇੱਦਾਂ ਕਿਉਂ ਸੋਚਦਾ, ਠੀਕ ਹੈ। ਉਹਦਾ ਕੁਛ ਨਹੀਂ ਜਾਣਾ, ਉਹ ਫਿਰਦਾ ਗੋਲ ਗੱਪੇ ਖਾਂਦਾ ਬਾਜ਼ਾਰ 'ਚ, ਤੁਸੀਂ ਸੜੀ ਚਲੋ ਪੁੱਜੀ ਚਲੋ। ਆਪਣਾ ਆਪ ਦੁੱਖ ਹੈ। ਮਾਤਾ ਸੁਲੱਖਣੀ ਜੋ ਸਤਿਗੁਰਾਂ ਦੇ ਭੈਣ ਜੀ ਬਾਰੇ ਜਾਣਦੇ ਆ ਵੀ ਭਗਤੀ ਵਾਲੇ ਆ, ਬੰਦਗੀ ਵਾਲੇ ਆ, ਹੁਣ ਦੁੱਖ ਉਹਨਾਂ ਦਾ ਇਹ ਆ ਵੀ ਮੇਰਾ ਪਤੀ ਮੇਰੇ ਨਾਲ ਨਹੀਂ ਬੋਲਦਾ। ਤੇ ਕਿਹੜੇ ਕਿੱਧਰ ਕੱਢਦੇ ਆ, ਗੁੱਸਾ ਕਿਹਨਾਂ ਦੇ ਕਰਦੇ ਆ ਵੀ ਇਹ ਕਹਿ ਸਕਦੇ ਆ, ਬੁਲਾ ਸਕਦੇ ਆ, ਇਹ ਕਹਿੰਦੇ ਰੱਬ ਹੈ, ਬਸ ਤੂੰ ਰੱਬ ਰੱਬ ਕਰੀ ਚੱਲ, ਭਗਤੀ ਕਰੀ ਚੱਲ। ਕਹਿੰਦੇ ਅੰਦਰ ਗੁੱਸਾ ਰੱਖਦੇ ਵੀ ਮੇਰੀ ਨਣਦ ਸਾਡੇ ਘਰ ਦੇ ਵਿੱਚ ਖੁਸ਼ੀ ਨਹੀਂ ਆਉਣ ਦਿੰਦੀ, ਇਕੱਠਿਆਂ ਨਹੀਂ ਰਹਿਣ ਦਿੰਦੀ। ਹੁਣ ਜਦੋਂ ਕਿ ਵੇਖੋ ਭੈਣ ਨਾਨਕੀ ਦੀ ਅਵਸਥਾ ਕਿੰਨੀ ਵੱਡੀ, ਉਹ ਕਹਿੰਦੇ ਉਹ ਪਰਮਾਤਮਾ ਨੂੰ ਕੋਈ ਸਮਝਾ ਸਕਦਾ ਹੈ, ਕੋਈ ਕੁਛ ਕਹਿ ਸਕਦਾ ਹੈ। ਹੁਣ ਇਸ ਅਵਸਥਾ ਦੇ ਮਾਲਕ ਮਾਤਾ ਸੁਲੱਖਣੀ ਨਹੀਂ, ਤੇ ਇਸ ਲਈ ਉਹਨਾਂ ਨੂੰ ਲੱਗਦਾ ਵੀ ਉਹ ਠੀਕ ਨਹੀਂ ਕਰ ਰਹੇ। ਹਰ ਬੰਦੇ ਦੀ ਅਵਸਥਾ ਹੈ, ਕੋਈ ਤੁਹਾਡੇ ਮੁਤਾਬਕ ਨਹੀਂ ਚੱਲਦਾ, ਸਾਨੂੰ ਲੱਗਦਾ ਹੈ ਬੰਦਾ ਬੁਰਾ, ਮੇਰਾ ਬੁਰਾ ਸੋਚਦਾ ਹੈ। ਹੋ ਸਕਦਾ ਤੁਹਾਡੇ ਭਲੇ ਲਈ ਉਹ ਅੱਗੋਂ ਆ ਕੇ ਘੁੰਮ ਕੇ ਆਉਂਦਾ ਹੋਵੇ ਕੋਈ ਚੰਗਾ ਸੋਚ ਕੇ। ਰੱਬ ਕਰਦਾ ਤਾਂ ਸਾਡੇ ਲਈ ਚੰਗਾ ਹੈ, ਉਹਨੂੰ ਸਾਰਾ ਪਤਾ ਹੁੰਦਾ ਵੀ ਆਹ ਹੁਣ ਇਹਨੇ ਆਹ ਕੀਤਾ, ਇਕੱਲੇ ਦੇ ਨਾਲ ਆਹ ਹੋ ਜਾਣੇ ਨੂੰ ਇੱਥੋਂ ਬਚਾ ਲਾ। ਅਸੀਂ ਕੋਸੀ ਜਾਂਦੇ ਹਾਂ, ਰੱਬਾ ਮੇਰਾ ਆਹ ਕੰਮ ਖਰਾਬ ਕਰਤਾ, ਤੂੰ ਮੇਰੇ ਨਾਲ ਆਏ ਕਿਉਂ ਕੀਤਾ, ਪਰ ਉਹ ਭਲਾ ਹੁੰਦਾ। ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਨਾ ਕੁਝ ਸੁਣਦੇ ਨੇ ਭੈਣ ਨਾਨਕੀ ਜੀ, ਨਾ ਕੁਝ ਕਹਿੰਦੇ ਆ, ਨਾ ਉਹਨਾਂ ਕਦੇ ਕਿਹਾ ਵੀ ਉਹ ਵਿਚਾਰੇ ਨੇ, ਨਾ ਕਦੇ ਕਿਹਾ ਜੀ ਕਿਸੇ ਚੀਜ਼ ਦਾ ਅਸਰ ਹੈ। ਬਸ ਜਦ ਵੀ ਕੋਈ ਉਹਨਾਂ ਕੋਲ ਆ ਕੇ ਗੱਲ ਕਰਦਾ ਹੈ, ਕਹਿੰਦੇ ਉਹ ਆਪਣੇ ਰੰਗਾਂ 'ਚ ਖੇਡਦੇ ਨੇ, ਉਹ ਆਪਣੇ ਆਨੰਦ 'ਚ ਰਹਿੰਦੇ, ਉਹ ਜਿੱਥੇ ਵੀ ਰਹਿੰਦੇ ਨੇ ਮੈਨੂੰ ਬੜੀ ਖੁਸ਼ੀ ਹੈ। ਨਾਨਕ ਕੀ ਕ੍ਰਿਤ ਬਿਗਹਿ ਬਾਤ ਸੇ, ਪਾਤ ਉਡੇ ਨਰ ਸੋਨ ਉਡਾਈ। ਇਹ ਬਚਨ ਭੈਣ ਨਾਨਕੀ ਜਦੋਂ ਕਹਿੰਦੇ ਆ ਵੀ ਮੈਂ ਖੁਸ਼ ਹਾਂ, ਮੇਰਾ ਵੀਰ ਜਿੱਥੇ ਰਹਿੰਦਾ ਚੜ੍ਹਦੀ ਕਲਾ 'ਚ ਹੈ, ਤੇ ਫਿਰ ਸਤਿਗੁਰਾਂ ਦੀ ਪਤਨੀ ਨੂੰ ਆਪਣੀ ਨਣਦ ਦੇ ਬੋਲ ਚੰਗੇ ਲੱਗਣਗੇ ਵੀ ਮੇਰਾ ਪਤੀ ਘਰ-ਬਾਰ ਛੱਡ ਕੇ ਸਿਰ 'ਚ ਸਵਾਹ ਪਾਈ ਬੈਠਾ ਹੈ, ਮਸਾਣਾ 'ਚ ਬੈਠਾ ਹੈ, ਭੁੱਖਾ ਪਿਆਸਾ ਰਹਿੰਦਾ ਹੈ, ਗੰਦੇ ਮੈਲੇ ਕੱਪੜੇ ਪਾਏ, ਕਿਸੇ ਨਾਲ ਬੋਲਦਾ ਨਹੀਂ, ਉਹ ਚੰਗਾ ਏ। ਫਰਕ ਰੱਖਦੇ ਆ।
ਹੋ ਜਾਂਦਾ ਜੀ, ਸੁਭਾਵਿਕ ਗੱਲ ਹੈ, ਹਿਊਮਨ ਬੀਇੰਗ। ਪਰਿਵਾਰਾਂ ਵਿੱਚ ਮਨ ਮੁਟਾਵ ਚੱਲਦੇ ਰਹਿੰਦੇ ਆ, ਪਰ ਕੋਈ ਫਿਰ ਬੇਗਾਨਾ ਨਹੀਂ ਹੋ ਜਾਂਦਾ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਭੈਣ ਨਾਨਕੀ ਨੇ ਕਦੇ ਉਲਾਂਭਾ ਨਹੀਂ ਦਿੱਤਾ। ਐਡਾ ਵਿਸ਼ਵਾਸ ਆ ਵੀ ਜਿਹੜੇ ਵੇਈ ਨਦੀ ਦੇ ਵਿੱਚ ਜਦੋਂ ਸਤਿਗੁਰ ਅਲੋਪ ਹੋਏ ਉਦੋਂ ਕਹਿੰਦੇ ਅਸੀਂ ਆ ਜਾਣਗੇ, ਹੁਣ ਤੇ ਗਏ ਨਹੀਂ। ਨਿਸ਼ਚਾ ਨਾ, ਸੱਚੀ ਨਿਸ਼ਚੈ ਕਰ ਆਪਣੀ ਜੀਤ ਕਰ। ਜਿੱਦਣ ਨਿਸ਼ਚਾ ਭਰੋਸਾ ਸਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਹੋ ਗਿਆ ਨਾ, ਡੋਲੋ ਹਟ ਜਾਗੇ। ਮਾਫ ਕਰਿਓ, ਅੱਜ ਤੱਕ ਹੀ ਅਸੀਂ ਜਿੰਨੇ ਬੈਠੇ ਆ ਨਾ, ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਗੁਰੂ ਕਹਿੰਦੇ ਆ, ਮੰਨਦੇ ਥੋੜੀ ਨਾ। ਇਹ ਕਹਿਣ ਦੀਆਂ ਗੱਲਾਂ। ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹਨੂੰ ਪੁੱਛੋ ਕਿਹਦਾ ਸਿੱਖ ਹੈ, ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ। ਅੱਛਾ, ਤੇ ਜਿਹਨੇ ਕਿਰਪਾਨ ਪਾ ਲਈ, ਅੰਮ੍ਰਿਤ ਛਕ ਲਿਆ, ਉਹਨੂੰ ਪੁੱਛੋ, ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਮਰਦ ਦੇ ਕਹਿੰਦੇ ਆਗਿਆ ਭਈ ਅਕਾਲ ਕੀ ਤਵੇ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਕਦੇ ਕਿਹਾ ਸੀ ਨੇ ਵੀ ਮੈਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਹਾਂ? ਕੀ ਫਰਕ ਹੈ ਗੁਰੂ ਗੋਬਿੰਦ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਵਿੱਚ? ਨਹੀਂ। ਦਸੇ ਸਰੂਪ ਗੁਰੂ ਗ੍ਰੰਥ ਵਿੱਚ ਵਿਰਾਜਮਾਨ ਨੇ, ਕਦੇ ਬਾਣੀ ਦੇ ਸਿੱਖ ਨਹੀਂ ਅਸੀਂ ਬਣੇ। ਗੁਰਬਾਣੀ ਨੂੰ ਕਦੇ ਗੁਰੂ ਕਿਹਾ ਹੀ ਨਹੀਂ, ਮੰਨਿਆ ਹੀ ਨਹੀਂ ਦਿਲ ਤੋਂ। ਅੱਜ ਵੀ ਫੋਟੋਆਂ ਤਸਵੀਰਾਂ ਚੱਕੀ ਫਿਰਦੇ ਆ, ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ। ਕੀ ਸਿੱਖਿਆ ਗੁਰੂ ਸਾਹਿਬਾਂ ਤੋਂ? ਉਹਨਾਂ ਦਸੇ ਸਰੂਪਾਂ 'ਚ ਕੀ ਸਿਖਾਇਆ ਸੀ? ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਇਸ ਤਾਰੇ। ਤੀਜੇ ਪਾਤਸ਼ਾਹ ਜੀ ਦੇ ਬਚਨ ਮੰਨਿਆ ਕਿ ਜੇ ਗੁਰਬਾਣੀ ਸਤਿਗੁਰੂ ਗੁਰੂ ਨਹੀਂ। ਕਹਿਣ ਨੂੰ ਅਸੀਂ ਕਹਿੰਦੇ ਆ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਮੱਥਾ ਹੀ ਟੇਕਦੇ ਹਾਂ। ਅੱਜ ਵੀ ਤਸਵੀਰਾਂ ਨੂੰ ਪੂਜ ਰਹੇ ਆ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਇਹ ਗੁਰੂ ਨਾਨਕ ਸਾਹਿਬ ਨੇ, ਦਸੇ ਸਤਿਗੁਰਾਂ ਨੇ ਤੇ ਸਾਨੂੰ ਸ਼ਬਦ ਨਾਲ ਜੋੜਦਾ। ਚੜ੍ਹਦੀ ਕਲਾ ਉਸ ਦਿਨ ਕੌਮ ਦੀ ਹੋ ਜਾਣੀ ਜਿੱਦਣ ਕੌਮ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ 'ਚ ਚੱਲੂਗੀ, ਜਿੱਦਣ ਮੰਨਾਂਗੇ ਨਾ ਸਾਡਾ ਗੁਰੂ ਜਿਉਂਦਾ ਜਾਗਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਸਮਝ ਲਓ ਕਿਰਪਾ ਹੋ ਗਈ। ਅਜੇ ਤੇ ਲੜੀ ਜਾਂਦੇ ਆ। ਮੈਂ ਗੁਰੂ ਰਾਮਦਾਸ ਜੀ ਨੂੰ ਮੰਨਦਾ ਜੀ, ਅਸੀਂ ਭੱਲੇ ਹੁੰਨੇ ਆ ਜੀ, ਗੁਰੂ ਅਮਰਦਾਸ ਪਾਤਸ਼ਾਹ ਨੂੰ ਮੰਨਦੇ ਆ ਜੀ, ਅਸੀਂ ਤੇ 8ਵੇਂ ਪਾਤਸ਼ਾਹ, ਅਸੀਂ ਤੇ ਸ਼ਹੀਦਾਂ ਦੇ ਗੁਰਦੁਆਰੇ ਜਾਂਦੇ ਆ। ਅਜੇ ਸਾਡੇ 'ਚ ਪਤਾ ਨਹੀਂ ਕਿੰਨੀਆਂ ਕਬੱਡੀਆਂ। ਜਿੱਦਣ ਮੰਨਣਾ ਸ਼ੁਰੂ ਕਰਤਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਿੱਖ ਹਾਂ, ਤੇ ਉਸੇ ਦਿਨ ਸਿੱਖਿਆ ਜੀਵਨ ਵਿੱਚ ਛਾ ਜਾਣੀ ਹੈ, ਕਿਰਪਾ ਹੋ ਜਾਣੀ ਹੈ। ਭੈਣ ਨਾਨਕੀ ਸਤਿਗੁਰਾਂ ਦੇ ਪਿਆਰ 'ਚ ਭਿੱਜੇ ਰਹਿੰਦੇ ਆ। ਕਹਿੰਦੇ ਮੇਰੇ ਵੀਰ ਪਰਮਾਤਮਾ ਨੂੰ ਭੁੱਖ ਪਿਆਸ ਨਹੀਂ ਲੱਗਦੀ, ਉਹ ਪਰਮੇਸ਼ਵਰ ਨੇ, ਉਹ ਪਰਮਾਤਮਾ ਨੇ, ਕਿਸੇ ਦੀ ਪਰਵਾਹ ਨਹੀਂ ਕਰਦੇ। ਮੈਨੂੰ ਇਹ ਚੰਗਾ ਲੱਗਦਾ ਏ। ਦੋਹਰਾ ਭਰਾਤ ਕਰੈ ਸੇ ਭਲੇ, ਬਨੈ ਨ ਕਹਿਨ ਹਮਾਰ, ਹਵੈ ਅਲ ਪਗ ਸਰਬਗ ਕੀ, ਮਿਟਹਿ ਕ੍ਰਿਤ ਗਵਾਰ। ਇੱਕ ਦਿਨ ਮਾਤਾ ਸੁਲੱਖਣੀ ਜੀ ਗੁੱਸੇ ਵਿੱਚ ਆ ਕੇ ਆਪਣੀ ਨਣਦ ਦੇ ਘਰ ਆ ਗਏ। ਕਹਿੰਦੇ ਤੁਸੀਂ ਕਿਉਂ ਨਹੀਂ ਕਹਿੰਦੇ ਆਪਣੇ ਭਰਾ ਨੂੰ, ਕਿਉਂ ਨਹੀਂ ਸਮਝਾਉਂਦੇ ਵੀ ਉਹ ਘਰੇ ਆਉਣ? ਅੱਗੋਂ ਫਿਰ ਸਤਿਗੁਰਾਂ ਦੇ ਭੈਣ ਜੀ ਹੱਥ ਜੋੜ ਕੇ ਆਖਣ ਲੱਗੇ, ਕਹਿੰਦੇ ਮੈਂ ਇਹ ਗੁਸਤਾਖੀ ਨਹੀਂ ਕਰ ਸਕਦੀ, ਮੈਨੂੰ ਮਾਫ ਕਰਿਓ, ਮੈਂ ਇਹ ਨਹੀਂ ਕਹਿ ਸਕਦੀ। ਉਹ ਆਪ ਪਰਮੇਸ਼ਵਰ ਨੇ, ਆਪ ਪਰਮਾਤਮਾ ਨੇ, ਆਪ ਨਿਰੰਕਾਰ ਨੇ। ਅਸੀਂ ਸੰਸਾਰੀ ਜੀਵ ਹਾਂ, ਸਾਡੇ ਉਹ ਵਸ ਵਿੱਚ ਨਹੀਂ ਨੇ। ਜੇ ਤੁਸੀਂ ਆਖੋ ਵੀ ਮੈਂ ਜਾ ਕੇ ਆਖਾਂ, ਜੇ ਤੁਸੀਂ ਆਖੋ ਵੀ ਮੈਂ ਜਾ ਕੇ ਕਹਾਂ ਮਹਾਰਾਜ ਘਰੇ ਆ ਜਾਓ, ਕਹਿੰਦੇ ਭਰਜਾਈ ਜੀ ਮਾਫ ਕਰਿਓ, ਮੈਂ ਨਹੀਂ ਕਹਿ ਸਕਦੀ। ਸਪਸ਼ਟ ਹੈ, ਉਹ ਆਪਣੀ ਮੌਜ ਦੇ ਮਾਲਕ ਨੇ, ਉਹ ਆਪਣੇ ਰੰਗਾਂ 'ਚ ਰਹਿੰਦੇ ਨੇ। ਮੈਂ ਕੌਣ ਆ ਉਹਨਾਂ ਦੇ ਰੰਗ ਨੂੰ ਜਾ ਕੇ ਭੰਗ ਕਰਾਂ? ਦੋਹਰਾ ਸ਼੍ਰੀ ਗੁਰ ਭਗ ਕੋ ਪ੍ਰੇਮ ਜੋ, ਉਜਲ ਸਮਰਾਲ, ਅਵਗੁਣ ਪਰ ਹਰ ਗੁਣ ਗ੍ਰਹੀ, ਬਸੋ ਮੋਹੇ ਮਨ ਤਾਲ। ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਪ੍ਰਸੰਗ ਦੀ ਸਮਾਪਤੀ ਕੀਤੀ ਹੈ। ਸਤਿਗੁਰਾਂ ਦੇ ਧਰਮ ਪਤਨੀ ਮਾਤਾ ਸੁਲੱਖਣੀ ਜੀ ਨਾਰਾਜ਼ ਹੋ ਗਏ, ਬੋਲਣੋਂ ਬੁਲਾਉਣੋਂ ਗਏ, ਦੁਖੀ ਨੇ। ਜੇ ਦੁਨਿਆਵੀ ਤੌਰ ਤੇ ਉਹਨਾਂ ਦਾ ਦੁੱਖ ਵੇਖੀਏ ਜੈਨੂਅਨ ਹੈ, ਸਹੀ ਹੈ। ਗੁਰੂ ਸਾਹਿਬ ਪਰਵਾਹ ਨਹੀਂ ਕਰਦੇ। ਵਿਆਹ ਨੂੰ ਕੀ 2-3 ਸਾਲ ਦਾ ਹੀ ਸਮਾਂ ਹੋਇਆ, ਕਿੰਨਾ ਕੁ ਵੱਡਾ ਸਮਾਂ ਹੋਇਆ। ਇਸ ਕਰਕੇ ਉਹ ਚੁੱਪ ਰਹਿੰਦੇ ਆ। ਪਰ ਇੱਥੇ ਹੁਣ ਨਵੇਂ ਪ੍ਰਸੰਗ ਦੀ ਆਰੰਭਤਾ 'ਚ ਕਹਿੰਦੇ ਸਤਿਗੁਰਾਂ ਦੇ ਚਰਨ ਹੰਸ ਵਰਗੇ ਨੇ। ਹੰਸ ਦੇ ਵਿੱਚ ਗੁਣ ਹੈ, ਇੱਕ ਉਡਾਰੀ ਵਿੱਚ ਉਹ ਮਾਨ ਸਰੋਵਰ ਪਾਰ ਕਰ ਜਾਂਦਾ ਹੈ। ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਚਰਨਾਂ ਨਾਲ ਜੁੜ ਗਏ,
ਇਸ ਭਵ ਸਾਗਰ ਨੂੰ ਪਾਰ ਕਰ ਜਾਾਂਗੇ। ਹੁਣ ਬੇਸ਼ੱਕ ਭੈਣ ਨਾਨਕੀ ਜੀ ਆਪਣੀ ਥਾਂ ਤੇ ਠੀਕ ਨੇ, ਮਾਤਾ ਸੁਲੱਖਣੀ ਜੀ ਆਪਣੀ ਥਾਂ ਤੇ ਠੀਕ, ਗਲਤ ਕੌਣ ਹੈ? ਕੋਈ ਵੀ ਨਹੀਂ। ਕਈ ਵਾਰ ਹੁੰਦਾ ਹੈ ਦੋ ਪਰਿਵਾਰ ਆਪਸ ਵਿੱਚ ਲੜਦੇ ਹੁੰਦੇ ਆ, ਉਹ ਕਹਿੰਦਾ ਤੂੰ ਗਲਤ ਆ, ਉਹ ਕਹਿੰਦਾ ਤੂੰ ਗਲਤ ਹੈ। ਗਲਤ ਕੋਈ ਨਹੀਂ, ਸਿਰਫ ਵਕਤ ਦੀ ਹੇਰ ਫੇਰ ਹੁੰਦੀ ਹੈ। ਕਈ ਵਾਰ ਉਹ ਗੱਲਾਂ ਹੋ ਜਾਂਦੀਆਂ ਜਿਨ੍ਹਾਂ ਗੱਲਾਂ ਦਾ ਅਜੇ ਸਮਾਂ ਨਹੀਂ ਹੁੰਦਾ। ਕੁਛ ਗੱਲਾਂ ਆਉਣ ਵਾਲੇ ਸਮੇਂ 'ਚ ਹੋਣੀਆਂ ਸੀ, ਕੁਝ ਲੰਘਣ ਵਾਲੇ 'ਚ ਹੋਣੀਆਂ ਸੀ। ਦੋਨੇ ਭਿੜ ਪਿਆ ਆਪਸ 'ਚ, ਕਹਿੰਦੇ ਤੁਸੀਂ ਗਲਤ ਹੋ, ਕਹਿੰਦੇ ਤੁਸੀਂ ਗਲਤ, ਰਿਸ਼ਤੇ ਟੁੱਟ ਜਾਂਦੇ। ਹੁਣ ਇੱਥੇ ਭੈਣ ਨਾਨਕੀ ਦੀ ਵਾਰੀ ਉਹ ਸੋਚਦੇ ਵੀ ਆਪਣੇ ਵੀਰ ਨੂੰ ਸਮਝਾਉਂਦੇ ਨਹੀਂ, ਪਰ ਉਹ ਜਾਣਦੇ ਆ ਵੀ ਗੁਰੂ ਸਾਹਿਬ ਆਪਣੀ ਪਰਵਾਹ ਦੇ ਵਿੱਚ ਹੀ ਰਹਿੰਦੇ, ਬੇਪਰਵਾਹੀ ਰੱਖਦੇ ਆ। ਮਾਤਾ ਸੁਲੱਖਣੀ ਅੰਦਰ ਬਹਿ ਬਹਿ ਰੋਂਦੇ ਆ, ਕੋਈ ਦੁੱਖ ਸੁਣਨ ਵਾਲਾ ਕਿਹਨੂੰ ਜਾ ਕੇ ਦੱਸਣ ਵੀ ਸੱਚੇ ਪਾਤਸ਼ਾਹ ਸਾਡੇ ਨਾਲ ਬੋਲਦੇ ਵੀ ਨਹੀਂ, ਜਿਨ੍ਹਾਂ ਨੂੰ ਆਪਣੇ ਬੱਚਿਆਂ ਦਾ ਵੀ ਫਿਕਰ ਨਹੀਂ। ਤੋਹਰਾ ਨਿਜ ਪ੍ਰਤੀਕੂਲ ਬਿਲੋਕ ਕੈ ਬੋਲ ਸੁਲੱਖਣੀ ਦਾਸ। ਮਾਤਾ ਸੁਲੱਖਣੀ ਨੇ ਮਾਨੀ ਮਨ ਫੈਸਲਾ ਕੀਤਾ ਵੀ ਜਦੋਂ ਸਹੁਰਾ ਪਰਿਵਾਰ ਮੇਰੀ ਸੁਣਦਾ ਹੀ ਨਹੀਂ, ਫਿਰ ਮੈਨੂੰ ਕੀ ਕਰਨਾ ਚਾਹੀਦਾ? ਹਰ ਧੀ ਦੇ ਕੋਲ ਇੱਕ ਹੱਕ ਹੁੰਦਾ ਹੈ, ਜਦੋਂ ਸਹੁਰੇ ਨਾ ਸੁਣ ਫਿਰ ਪੇਕੇ ਸੁਣਦੇ ਆ। ਉਹਨਾਂ ਨੂੰ ਲੱਗਿਆ ਵੀ ਸਤਿਗੁਰ ਮੇਰੇ ਤੋਂ ਪ੍ਰਤੀਕੂਲ ਚੱਲਦੇ ਆ, ਉਲਟ ਚੱਲਦੇ ਆ। ਸੁਭਾਵਿਕ ਤੌਰ ਤੇ ਹੈ ਜੀ, ਦੁਨਿਆਵੀ ਤੌਰ ਤੇ ਕੋਈ ਤੁਹਾਡੇ ਉਲਟ ਚੱਲ ਸਕਦਾ, ਵਿਰੁੱਧ ਚੱਲ ਸਕਦਾ, ਪਰ ਧਾਰਮਿਕ ਤੌਰ ਤੇ ਕੋਈ ਉਲਟ ਨਹੀਂ ਹੁੰਦਾ। ਇੱਕ ਮੇਰਾ ਦੁਸ਼ਮਣ ਉਹ ਵੀ ਗੁਰਦੁਆਰੇ ਆ ਕੇ ਜਪਜੀ ਦਾ ਪਾਠ ਕਰਦਾ ਹੋਊ ਤੇ ਮੈਂ ਵੀ ਕਰਦਾ। ਧਰਮ ਦੀ ਦੁਨੀਆ 'ਚ ਤੇ ਸਾਰੇ ਬਰਾਬਰ ਆ। ਦੁਨਿਆਵੀ ਤੌਰ ਤੇ ਹੋ ਸਕਦਾ ਮਤ ਭੇਦ ਹੋਣ, ਕੋਈ ਇੱਕ ਦੂਜੇ ਦੇ ਪ੍ਰਤੀਕੂਲ ਚੱਲਦਾ ਹੋਵੇ, ਉਲਟ ਚੱਲਦਾ ਹੋਵੇ। ਮਾਤਾ ਸੁਲੱਖਣੀ ਨੇ ਮਾਨੀ ਮਨ ਫੈਸਲਾ ਕੀਤਾ, ਕਿਉਂ ਨਾ ਮੈਂ ਆਪਣੇ ਮਾਪਿਆਂ ਦੇ ਪਾਸ ਖਤ ਭੇਜਾਂ, ਸੁਨੇਹਾ ਭੇਜਾਂ ਵੀ ਬਾਪੂ ਜੀ ਤੁਸੀਂ ਤੇ ਕਹਿੰਦੇ ਸੀ ਕੋਈ ਦੁੱਖ ਹੋਵੇ ਧੀਏ ਦਸੀ, ਇੱਥੇ ਤੇ ਕਦੇ ਸੁੱਖ ਦਾ ਦਿਨ ਨਹੀਂ ਲੰਘਿਆ। ਉਹਨਾਂ ਨੇ ਉਸੇ ਵੇਲੇ ਜੈ ਰਾਮ ਜੀ ਤੋਂ ਚੋਰੀ ਇੱਕ ਸੇਵਕ ਨੂੰ ਲਾਇਆ, ਖਤ ਲਿਖਿਆ, ਚਿੱਠੀ ਲਿਖੀ ਆਪਣੇ ਬਾਬਲ ਨੂੰ, ਆਪਣੇ ਪਿਤਾ ਨੂੰ। ਮਾਂ ਨੂੰ ਇਸ ਕਰਕੇ ਨਹੀਂ ਲਿਖਿਆ, ਮਾਂ ਭਾਵੁਕ ਹੁੰਦੀ ਹੈ। ਮਾਤਾ ਨੂੰ ਦੱਸੋਗੇ, ਮਾਤਾ ਰੌਲਾ ਪਾਉਂਦੀ ਆਊਗੀ, ਅੱਗੇ ਵੀ ਲੜਕੀ ਗਈ ਹੈ ਸੱਸ ਚੰਦੂ ਰਾਣੀ। ਉਹਨਾਂ ਆਪਣੇ ਪਿਤਾ ਨੂੰ ਕਿਹਾ ਵੀ ਤੁਸੀਂ ਕੁਝ ਸੋਚੋ ਵੀ ਮੈਂ ਬੇਵੱਸ ਹਾਂ, ਇਸ ਘਰ ਦੇ ਵਿੱਚ, ਇਸ ਚਾਰ ਦੀਵਾਰੀ ਵਿੱਚ ਮੈਂ ਕੈਦਣ ਬਣ ਗਈਆਂ। ਸਮਝਾਈ ਸਭ ਬਾਰਤਾ ਨੈ ਹਰ ਪਠਾਏ ਆਵਾਸ। ਸੇਵਾਦਾਰ ਨੂੰ ਖੱਤ ਦੇ ਕੇ ਤੇ ਸਮਝਾ ਕੇ ਸਾਰੀ ਗੱਲ ਕਹਿ ਦਿੱਤੀ, ਮੇਰੇ ਪਿਤਾ ਜੀ ਨੂੰ ਜਾ ਕੇ ਗੱਲ ਦੱਸ ਦਿਓ ਵੀ ਤੁਹਾਡੀ ਧੀ ਉੱਥੇ ਸੁਖੀ ਨਹੀਂ। ਬਾਪੂ ਜੀ ਜਦ ਵੀ ਤੁਹਾਨੂੰ ਇਸ ਖਬਰ ਦਾ ਪਤਾ ਲੱਗੇ ਦੌੜੇ ਆਓ, ਛੇਤੀ ਆ ਜਾਓ, ਮੇਰੀ ਜ਼ਿੰਦਗੀ ਡਾਵਾਂਡੋਲ ਹੈ। ਇਹ ਕਿਹਨੇ ਲਿਖਿਆ? ਕਿਹਨਾਂ ਗਿਆ ਜੀ? ਮਾਤਾ ਸੁਲੱਖਣੀ ਜੀ ਨੇ। ਅਸੀਂ ਤੇ ਇੱਥੇ ਐਵੇਂ ਲੜਦੇ ਫਿਰਦੇ ਇੱਕ ਦੂਜੇ ਨਾਲ, ਮਾੜੀ ਮਾੜੀ ਗੱਲ। ਦੇਖੋ ਰੱਬ ਦੇ ਘਰ ਵਿੱਚ ਵੀ ਦੁਨਿਆਵੀ ਤੌਰ ਤੇ ਕਿੰਨਾ ਕੁਝ ਹੋ ਰਿਹਾ। ਇਹ ਕਾਹਦੇ ਲਈ ਕੀਤਾ ਮਰਦ ਨੇ? ਸਾਨੂੰ ਸਮਝਾਉਣ ਵਾਸਤੇ। ਭਲਿਆ ਆ ਦੁਨੀਆ ਦੇ ਵਿੱਚ ਜੇ ਕਲੇਸ਼ ਨਹੀਂ ਹੋਣਗੇ ਤੇ ਫਿਰ ਕਿੱਥੇ ਸਵਰਗ 'ਚ ਹੋਣਗੇ, ਜਾਂ ਕਿਤੇ ਹੋਰ ਹੋਣਗੇ, ਕਿਸੇ ਸਵਰ ਮੰਡਲ 'ਚ ਹੋਣਗੇ ਜਾ ਕੇ। ਲੜਾਈਆਂ ਵੀ ਉੱਥੇ ਹੁੰਦੀਆਂ ਜਿੱਥੇ ਘਰ ਵਸਦੇ ਆ। ਜਦੋਂ ਤੱਕ ਸੰਸਾਰ ਚੱਲੇਗਾ ਇਹ ਕਲੇਸ਼, ਲੜਾਈ, ਦੁੱਖ, ਪਾਪ, ਧਰਮ ਚੱਲਦਾ ਰਹੇਗਾ। ਮਨੁੱਖ ਦੀ ਵਰਤਣ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਮਰਦ ਕਹਿੰਦੇ ਤੈਨੂੰ ਇਹ ਕੱਪੜੇ ਪਾਉਣੇ ਪੈਣੇ ਭਾਈ। ਇਹ ਨਹੀਂ ਕਦੇ ਹੋ ਸਕਦਾ ਵੀ ਸਦਾ ਹੀ ਸੁਖੀ ਰਵੇ, ਤੈਨੂੰ ਦੁੱਖ ਨਾ ਆਵੇ। ਤੇ ਰਾਜਿਆਂ ਦੇ ਰਾਜ ਵੀ ਲਿਖੇ ਆ, ਉਜੜੇ ਨੇ। ਸੁੱਖ ਪਾਉਣ ਵਾਲੇ ਦੁਖੀ ਵੀ ਹੋਏ ਤੇ ਮੰਗਣ ਵਾਲੇ ਰਾਜੇ ਬਣ ਕੇ ਸੁਖੀ ਹੋਏ, ਚੱਲਦਾ ਰਹਿੰਦਾ ਹੈ। ਦੁੱਖ ਤੇ ਸੁੱਖ 50-50 ਕਰਕੇ ਰੱਬ ਨੇ ਕਰਮਾਂ 'ਚ ਸਭ ਦੇ ਦੇਖੇ। ਕਿਸੇ ਨੇ ਬਚਪਨ 'ਚ ਦੁੱਖ ਭੋਗ ਲਏ, ਜਵਾਨੀ 'ਚ ਮੌਜਾਂ ਨੇ। ਕਿਸੇ ਨੇ ਜਵਾਨੀ 'ਚ ਦੁੱਖ ਪਾਇਆ, ਬੁਢਾਪੇ 'ਚ ਮੌਜਾਂ ਨੇ। ਤੇ ਕਿਸੇ ਸਾਰੀ ਜ਼ਿੰਦਗੀ ਸੁੱਖ ਪਾਇਆ, ਹੁਣ ਬੁਢਾਪੇ 'ਚ ਰੜਦੇ ਫਿਰਦੇ, ਕਹਿੰਦੇ ਰੱਬਾ ਚੱਕ ਲਾ ਹੁਣ ਤੇਰੀਆਂ ਖਈਓ ਕਲਪਦੇ। ਦੁੱਖ ਹੋਣਗੇ ਜ਼ਰੂਰ, ਡੁੱਲਣਾ ਨਹੀਂ ਹੈ। ਦੁੱਖ ਉਹਦੀਆਂ ਦਾਤਾਂ ਨੇ। ਮਾਤਾ ਸੁਲੱਖਣੀ ਜੀ ਮਨ ਕਰਕੇ ਇੰਨੇ ਦੁਖੀ ਹੋ ਗਏ, ਇਹ ਸਟੈਪ ਚੁੱਕਿਆ ਉਹਨਾਂ ਨੇ। ਆਪਣੇ ਮਾਂ-ਬਾਪ ਨੂੰ ਇਨਫੋਰਮ ਕੀਤਾ, ਚਿੱਠੀ ਭੇਜੀ ਹੈ, ਸੇਵਕ ਭੇਜਿਆ ਜੈ ਰਾਮ ਜੀਆਂ ਤੋਂ ਚੋਰੀ, ਭੈਣ ਨਾਨਕੀ ਜੀਆਂ ਤੋਂ ਚੋਰੀ। ਕਿਉਂਕਿ ਜੇ ਉਹਨਾਂ ਨੂੰ ਪਤਾ ਲੱਗੇ ਉਹਨਾਂ ਜਾਣ ਨਹੀਂ ਦੇਣਾ। ਸੇਵਾਦਾਰ ਨੂੰ ਕਹਿਤਾ ਵੀ ਮੇਰੇ ਪਿਤਾ ਜੀ ਨੂੰ ਕਹਿ ਦਿਓ ਬਾਪੂ ਜੀ ਮੈਨੂੰ ਇਸ ਨਰਕ ਚੋਂ ਕੱਢ ਕੇ ਲੈ ਦਿਓ। ਆਹ ਸ਼ਬਦ ਸੀ ਉਹਨਾਂ ਦੇ। ਅੱਗੇ ਆ ਜਾਣੇ ਸਰ ਵੀ ਮੈਂ ਇੱਥੇ ਰਹਿ ਕੇ ਖੁਸ਼ ਨਹੀਂ ਹਾਂ, ਮੈਨੂੰ ਘੁੱਟਣ ਮਹਿਸੂਸ ਹੁੰਦੀ ਹੈ। ਮੂਲਾ ਸੁਣਤ ਕੋ ਢਾਲ ਕੋ
ਆਵਤ ਭਇਓ ਉਤਾਲ। ਸੇਵਾਦਾਰ ਸਵੇਰੇ ਚੱਲਿਆ, ਸ਼ਾਮੀ ਪਹੁੰਚ ਗਿਆ ਜੀ ਪੱਖੋ ਗੇਰਦਾ ਵੇ। ਪਿਤਾ ਜੀ ਨੂੰ ਖੱਤ ਫੜਾਇਆ, ਖੱਤ ਵੇਖ ਕੇ ਹਿਸਾਬ ਲਾ ਲਿਆ ਕਿ ਧੀ ਸੁਖੀ ਨਹੀਂ ਹੈ ਸਾਡੀ। ਪਿਓ ਦੀਆਂ ਅੰਦਰਾਂ 'ਚ ਪਤਾ ਲੱਗ ਜਾਂਦਾ ਹੈ ਬੱਚੇ ਕਿਵੇਂ ਆ, ਜਾਣ ਲੈਂਦੇ ਮਾਪੇ ਧੀ ਪੁੱਤਾਂ ਬਾਰੇ। ਜਦੋਂ ਸੇਵਾਦਾਰ ਨੂੰ ਪੁੱਛਿਆ, ਉਹਨਾਂ ਦੱਸਿਆ, ਕਹਿੰਦੇ ਬਹੁਤ ਦੁਖੀ। ਉਹ ਕਹਿੰਦਾ ਮੈਥੋਂ ਰਾਤ ਨਹੀਂ ਕੱਢੀ ਜਾਂਦੀ ਹੈ। ਹੁਣ ਸਤਿਗੁਰਾਂ ਦੇ ਪਿਤਾ ਜੀ ਦਾ ਸੁਭਾਅ ਆਪਾਂ ਸੁਣਦੇ ਹਾਂ, ਬੜਾ ਗਰਮ ਹੈ ਕਲਿਆਣ ਚੰਦ ਜੀ ਦਾ, ਬਹੁਤ ਗਰਮ। ਅੱਗਾ ਪਿੱਛਾ ਨਹੀਂ ਵੇਖਦੇ, ਬੋਲਣ ਲੱਗੇ ਉਹ ਪਟਵਾਰੀ ਨੇ, ਤੇ ਫਿਰ ਇਹ ਪਟਵਾਰੀ ਸਾਹਿਬ ਕਿਹੜਾ ਘੱਟ ਨੇ। ਇਹ ਤੇ ਅੱਗ ਦੀ ਨਾਲ ਸੀ। ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਤੋਂ ਵੀ ਕਿਤੇ 50% ਅੱਗੇ ਨੇ ਗੁੱਸੇ ਵਿੱਚ। ਇਹ ਤੇ ਭਾਵੇਂ ਪਿਤਾ ਕਿੱਡਾ ਵੀ ਭੋਲਾ ਹੋਵੇ, ਜਦ ਕਿਸੇ ਪਿਓ ਨੂੰ ਪਤਾ ਲੱਗਦਾ ਉਹਦੀ ਧੀ ਦੁਖੀ ਹੈ, ਉਹ ਕਹਿੰਦਾ ਲੱਖ ਲਾਹਨਤ ਮੇਰੀ ਜ਼ਿੰਦਗੀ ਦੇ, ਜੇ ਮੇਰੇ ਹੁੰਦਿਆਂ ਮੇਰੀ ਧੀ ਹੋਵੇ, ਮੈਂ ਉਹਦੀ ਜ਼ਿੰਦਗੀ ਤੋਂ ਕੀ ਲੈਣਾ। ਕਹਿੰਦੇ ਪਿਤਾ ਨੇ ਖੱਤ ਪੜਿਆ, ਕੁਛ ਨਹੀਂ ਖਾਧਾ, ਉਸੇ ਵੇਲੇ ਜੁੱਤੀ ਪਾਈ, ਰੱਖਿਆ ਮੋਢੇ ਤੇ ਪਰਨਾ, ਗੁੱਸਾ ਚੜ ਗਿਆ। ਇੱਕ ਚੜੇ ਇੱਕ ਉਤਰੇ, ਕਹਿੰਦੇ ਘੁਟਾਲ ਜੋ ਹੋਇਆ ਬੋਲੇ, ਬੁੜਬੜਾਏ, ਵੱਧ ਘੱਟ ਬੋਲੇ ਕਿ ਮੇਰੀ ਧੀ ਤੇ ਪਹਿਲੇ ਦਿਨ ਤੋਂ ਹੀ ਦੁਖੀ ਇਸ ਘਰ 'ਚ। ਸੁਣੋ ਧਿਆਨ ਦੇ, ਅੱਜ ਕੱਲ੍ਹ ਦਾ ਜਿਹੜਾ ਸ਼ਾਰਟ ਜ਼ਮਾਨਾ ਚੱਲਦਾ ਨਾ, ਆ ਵਿਆਹ ਵੀ ਲੋਕ ਆਪਣੀ ਮਰਜ਼ੀ ਨਾਲ ਹੀ ਭੱਜ ਭੁੱਜ ਕੇ ਕਰਾਉਂਦੇ, ਤੇ 6 ਮਹੀਨੇ ਬਾਅਦ ਕਹਿੰਦੇ ਹੁਣ ਮੈਂ ਨਹੀਂ ਟਿਕਣਾ ਰਹਿਣਾ, ਤਲਾਕ ਚਾਹੀਦਾ। ਪਤਾ ਹੈ ਵੀ ਜਦੋਂ ਤਲਾਕ ਤਲੂਕ ਦਾ ਰੌਲਾ ਪੈਣਾ, 15-20 ਲੱਖ ਵੱਟਤੀ ਪਿਆ, ਸੌਦੇ ਹੋ ਗਏ, ਰਿਸ਼ਤੇ ਵਪਾਰ ਬਣ ਗਏ। ਤੇ ਹੁਣ ਪੁਰਾਣਾ ਸਮਾਂ ਵੇਖੋ, ਉਦੋਂ ਰਿਸ਼ਤਿਆਂ ਨੂੰ ਮੱਥਿਆ ਜਾਂਦਾ ਹੁੰਦਾ ਸੀ। ਪਹਿਲਾਂ ਤੇ ਇਹੋ ਜਿਹੀ ਗੱਲ ਕੋਈ ਹੁੰਦੀ ਨਹੀਂ ਸੀ। ਜੇ ਕਿਤੇ ਹੋ ਜਾਂਦੀ ਸੀ ਤੇ ਕੋਸ਼ਿਸ਼ ਕਰਦੇ ਸੀ ਭਾਈ ਰੱਬ ਦੇ ਘਰ ਬਹਿ ਕੇ ਇਹ ਲਾਵਾਂ ਲਈਆਂ ਟੁੱਟੇ ਉਹਨਾਂ ਕਦੇ। ਪਿਤਾ ਨੂੰ ਗੁੱਸਾ ਚੜ ਗਿਆ। ਹੁਣ ਗੁਰੂ ਸਾਹਿਬ ਤੇ ਗੁੱਸਾ ਉਹਨਾਂ ਨੂੰ, ਕਿਉਂਕਿ ਸਾਰੀਆਂ ਗੱਲਾਂ ਦੱਸਦੀਆਂ, ਬੜੀਆਂ 'ਚ ਰਹਿੰਦਾ ਹੈ, ਸ਼ਮਸ਼ਾਨਾਂ 'ਚ ਬਹਿੰਦਾ ਹੈ, ਕਦੇ ਕੁਛ ਕਰਦਾ ਹੈ, ਕਦੇ ਮੋਦੀ ਖਾਨਾ ਉਜਾੜਤਾ, ਰੋਟੀ ਦਾ ਸਾਧਨ ਕੋਈ ਨਹੀਂ। ਦੇਖੋ ਕੁਛ ਗੱਲਾਂ ਹੁੰਦੀਆਂ ਨੇ, ਫਿਰ ਕੁਛ ਗੱਲਾਂ ਬਣਾਈਆਂ ਜਾਂਦੀਆਂ। ਅੱਜ ਵੀ ਲੜਕਾ ਲੜਕੀ ਦਾ ਕੇਸ ਚੱਲਦਾ ਹੁੰਦਾ ਹੈ, ਕੁਛ ਗੱਲਾਂ ਘਰੇ ਕਦੇ ਵੀ ਨਹੀਂ ਹੋਈਆਂ ਹੁੰਦੀਆਂ। ਵਕੀਲਾਂ ਨੇ ਆਪਣੇ ਹਿਸਾਬ ਨਾਲ ਪੁਆਇੰਟ ਦਿੱਤੇ ਹੁੰਦੇ ਵੀ ਆਹ ਕਰ ਲਾ, ਇੰਨੇ ਪੈਸੇ ਮਿਲ ਜਾਣਗੇ, ਆਹ ਕਰ ਲਾ, ਪਟੀਸ਼ਨ ਪਾ ਦੇ, ਆਹ ਹੋ ਜਾਊਗਾ। ਅੱਧ ਤੋਂ ਵੱਧ ਰਿੜਕਾ ਹੁੰਦਾ ਹੈ, ਲੋਕਾਂ ਦੇ ਰੌਲੇ ਹੁੰਦੇ ਆ। ਹੁਣ ਇੱਥੇ ਐਡੀਆਂ ਗੱਲਾਂ ਨਹੀਂ ਸੀ ਜਿੰਨੀਆਂ ਸੇਵਾਦਾਰ ਨੇ ਕਹਿਦੀਆਂ ਵੀ ਉੱਥੇ ਤੇ ਬਹੁਤ ਔਖਾ ਹੈ ਜੀ। ਦੇਖੋ ਤੁਹਾਡੀ ਧੀ ਦੱਬ ਘੁੱਟ ਕੇ ਰਹਿੰਦੀ ਹੈ ਮਾਤਾ ਸੁਲਗਣੀ, ਅੱਗੇ ਵੀ ਤੁਸੀਂ ਗਏ ਸੀ। ਅੱਜ ਉਹ ਬੇਵੱਸ ਹੈ, ਇਸ ਕਰਕੇ ਉਹਨਾਂ ਨੇ ਉਹਨਾਂ ਤੋਂ ਚੋਰੀ ਮੈਨੂੰ ਤੁਹਾਡੇ ਕੋਲ ਭੇਜਿਆ। ਜਾਓ ਪਟਵਾਰੀ ਸਾਹਿਬ, ਕੋਈ ਸਮਝੌਤਾ ਕਰਕੇ ਆਵੋ। ਜਿਨਤ ਗਟੇ ਔਰ ਅਟਪਟੇ, ਪਾਵਤ ਕਸ਼ਟ ਵਿਸਾਲ। ਧੀ ਦਾ ਦੁੱਖ ਸੁਣ ਕੇ ਪਿਤਾ ਜਿੱਥੇ ਅੰਦਰੋਂ ਟੁੱਟ ਗਿਆ, ਦੁਖੀ ਹੋ ਗਿਆ, ਉੱਥੇ ਇੱਕ ਚੜ੍ਹਦੀ ਇੱਕ ਲੱਥਦੀ ਹੈ। ਮੂਲ ਚੰਦ ਦੀ ਪਤਨੀ ਚੰਦੋ ਰਾਣੀ ਆਖਣ ਲੱਗੀ, ਪਤੀ ਦੇਵ ਮੈਂ ਨਾਲ ਚੱਲਾਂ। ਕਹਿੰਦੇ ਰਹਿਣ ਦੇ, ਤੂੰ ਨਾ ਜਾਈਂ, ਪਹਿਲਾਂ ਮੈਨੂੰ ਜਾਇਆ, ਮੈਂ ਵੇਖ ਕੇ ਆਉਣਾ ਵੀ ਜੇ ਕੰਮ ਸੂਤ ਨਾ ਆਇਆ ਭਾਗਾਂ ਵਾਲੀਏ ਫਿਰ ਤੂੰ ਚੱਲੀ। ਕਿਉਂਕਿ ਬੀਬੀਆਂ ਨੂੰ ਲਿਜਾ ਕੇ ਕੰਮ ਸੌਲਵ ਥੋੜਾ ਹੁੰਦੇ ਆ, ਪਾਣੀ 'ਚ ਮਧਾਣੀ ਪੈਂਦੀ ਆ। ਸਤਿਨਾਮ। ਕਈ ਵਾਰ ਗੱਲ ਕੋਈ ਹੋਰ ਹੁੰਦੀ ਆ, ਲੜਾਈ ਝਗੜੇ 'ਚ ਕਿਤੇ ਚੱਲ ਜੇ ਨਾ, ਸੱਸ ਦੋਨੇ ਪਾਸੇ ਸੱਸਾਂ ਬੈਠੀਆਂ ਹੋਣ, ਉਹ ਸਾਰੀਆਂ ਲੜਾਈਆਂ ਇੱਕ ਪਾਸੇ ਸੂਟਾਂ ਦਾ ਹੀ ਰੌਲਾ ਪਾ ਕੇ ਬਹਿ ਜਾਂਦੀ, ਲੈ ਤੂੰ ਕੀ ਲੈ ਕੇ ਆਈ ਸੀ। ਅਗਲਾ ਕਹਿੰਦਾ ਯਾਰ ਇੱਥੇ ਕੁਝ ਹੋਰ ਚੱਲਦਾ, ਤੁਸੀਂ ਕਿਹੜਾ ਰੌਲਾ ਪਾਇਆ। ਇਸ ਕਰਕੇ ਕਹਿੰਦੇ ਤੁਸੀਂ ਰਹਿਣ ਦਿਓ, ਕਿਉਂਕਿ ਮਾਂ ਨੂੰ ਦੁੱਖ ਹੈ, ਉਹਨੇ ਧੀ ਦੇ ਦੁੱਖ ਅੱਗੇ ਕੋਈ ਸਮਝੌਤਾ ਨਹੀਂ ਕਰਨਾ। ਇਹ ਸੁਭਾਵਿਕ ਗੱਲ ਹੈ, ਮਾਵਾਂ ਭਾਵੁਕ ਹੁੰਦੀਆਂ ਨੇ। ਉਹਨੇ ਜਦੋਂ ਵੇਖਣਾ ਮੇਰੀ ਧੀ ਦੁਖੀ ਆ, ਉਹ ਕਹਿੰਦੀ ਅੱਗ ਲੱਗੇ ਦੁਨੀਆ ਦੇ ਸੁੱਖਾਂ ਨੂੰ, ਮੈਂ ਕੀ ਲੈਣਾ ਹੈ। ਜਦ ਮੇਰੀ ਧੀ ਇਸ ਘਰ ਵਿੱਚ ਦੁਖੀ, ਭਾਵੇਂ ਕੰਧਾਂ ਸੋਨੇ ਦੀਆਂ ਹੋਣ, ਸਾਨੂੰ ਕਿਸੇ ਕੰਮ ਨਹੀਂ। ਪਰ ਮਰਦ ਸੋਚਦੇ ਆ, ਬੰਦੇ ਸੋਚਦੇ ਆ ਚੱਲ ਕੋਈ ਗੱਲ ਨਹੀਂ, ਕੁਛ ਵਾਧੇ ਘਾਟੇ ਹੋਏ ਹੋਣਗੇ, ਠੀਕ ਹੋ ਜਾਣਗੇ। ਮਨ ਹੀ ਮਨ ਸੋਚਿਆ, ਮਨਾ ਮੇਰਾ ਵੀ ਸੁਭਾਅ ਗੁੱਸੇ ਵਾਲਾ ਹੈ, ਮੈਂ ਕਿਸੇ ਨੂੰ ਨਾਲ ਲੈ ਜਾ, ਰਿਸ਼ਤੇਦਾਰੀ ਦਾ ਮਾਮਲਾ ਹੈ, ਐਵੇਂ ਵੱਧ ਘੱਟ ਮੇਰੇ ਤੋਂ ਬੋਲਿਆ ਗਿਆ, ਕਿਤੇ ਇਹ ਨਾ ਹੋਵੇ ਮੇਰਾ ਬੋਲਿਆ ਧੀ ਨੂੰ ਭੁਗਤਣਾ ਪਵੇ। ਨਿਜ ਭਰੋਦਾ ਇੱਕ ਸੰਗ ਲੈ, ਆਵਾ ਪੁਰ ਸੁਲਤਾਨ। ਪਤਨੀ ਨੇ ਸਲਾਹ ਦਿੱਤੀ, ਇਕੱਲੇ ਨਾ ਜਾਇਓ ਪਤੀ ਜੀ, ਆਪਣੇ ਪੰਡਤ ਜੀ ਨੂੰ ਨਾਲ ਲੈ ਲਓ, ਪ੍ਰੋਹਤ ਨੂੰ। ਵਿਆਹ ਕਰਾਉਣ ਵਾਲੇ ਹੋਈ ਸੀ। ਅੱਗੇ ਨਾ ਜਿਹੜੇ ਲੋਕ ਸੀ, ਉਹ ਚਲੋ ਸਨਾਤਨ ਮਤ ਦਾ ਜ਼ੋਰ ਸੀ, ਧਰਮੀ ਇਹ ਚੱਲਦਾ ਸੀ। ਪੁਰਾਣੇ ਜਿਹੜੇ ਮੁਸਲਮਾਨ ਲੋਕ ਸੀ, ਮੌਲਵੀਆਂ ਕੋਲ ਚਲੇ ਜਾਂਦੇ ਸੀ, ਸਮਝੌਤਾ ਕਰਾਓ ਜੀ, ਕਾਜੀ ਜੱਜ ਹੁੰਦੇ ਸੀ ਉਹਨਾਂ ਸਮਿਆਂ ਦੇ। ਤੇ ਸਨਾਤਨ ਮਤ ਦੇ ਲੋਕ ਪੰਡਤ ਨੂੰ ਬੁਲਾਉਂਦੇ ਸੀ, ਕਹਿੰਦੇ ਪੰਡਤ ਜੀ ਤੁਸੀਂ ਸਿਆਣੇ ਹੋ। ਭਾਵੇਂ ਪੰਡਤ ਦੀ ਜਨਾਨੀ ਰੋਜ਼ ਕੁੱਟੇ ਪੰਡਤ, ਰੋਟੀ ਦਵੇ ਨਾ ਦਵੇ, ਪਰ ਦੂਜੇ ਨੇ ਕਹਿਣਾ ਵੀ ਪੰਡਤ ਦਾ ਸਮਝਾਇਆ ਸਿਰ ਮੱਥੇ, ਕਿਉਂਕਿ ਪੰਡਤ ਜੀ ਸਿਆਣੇ ਹੁੰਦੇ ਆ। ਆਖੋ ਸਤਿਨਾਮ। ਭਾਵੇਂ ਘਰੇ ਪਾਣੀ ਨਾ ਬੁਲਾਵੇ, ਦੂਜਾ ਬੰਦਾ ਹਮੇਸ਼ਾ ਦੂਜੇ ਦੇ ਰੌਲੇ 'ਚ ਸਿਆਣਾ ਹੀ ਹੁੰਦਾ ਹੈ। ਸੁਭਾਅ
ਘਰੇ ਬਣੇ ਨਾ ਬਣੇ, ਕੋਈ ਪੁੱਛੇ ਨਾ ਪੁੱਛੇ, ਪਰ ਦੂਜੇ ਦੇ ਕਲੇਸ਼ ਵਿੱਚ ਜਾ ਕੇ ਬੰਦਾ ਨਾ ਬੈਠਾ ਕਹਿੰਦਾ ਲਿਆਓ ਚਾਹ ਹੋਈ, ਉਹ ਬਾਈ ਗੱਲ ਸੁਣ ਲਾ, ਤੂੰ ਇਦਾਂ ਕਰੇਗਾ, ਤੂੰ ਇਦਾਂ ਕਰ। ਬਾਈ ਭਾਈ ਸਾਹਿਬ ਤੁਹਾਡੇ ਘਰੇ ਕੀ ਚੱਲਦਾ ਹੈ, ਤੁਹਾਨੂੰ ਪਤਾ? ਕਹਿੰਦਾ ਚੁੱਪ ਕਰ ਜਾ, ਮੈਂ ਸਮਝੌਤਾ ਕਰਾਉਣ ਆਇਆ। ਆਪਣਾ ਹੋਵੇ ਨਾ ਹੋਵੇ, ਲੋਕ ਦੂਜਿਆਂ ਦੀ ਲੜਾਈ 'ਚ ਸਮਝੌਤੇ ਕਰਦੇ। ਸਮੇਂ ਦਾ ਪੰਡਤ ਸੀ, ਪੰਡਤ ਕਹਿੰਦੇ ਤੇਜ਼ ਸੀ ਸੁਭਾਅ ਦਾ, ਬਹੁਤ ਤੇਜ਼। ਸੁਣ ਲਿਓ ਅੱਗੇ ਜਾ ਕੇ ਫਿਰ ਕੀ ਹੋਣਾ। ਪੰਡਤ ਚੱਲ ਪਿਆ, ਪੰਡਤ ਆਪਣੇ ਸੁਭਾਅ ਨਾਲ ਸਮਝਾਈ ਜਾਵੇ, ਕਿਉਂਕਿ ਉਹ ਪੰਡਤ ਦੇ ਪੁਜਾਰੀ ਸਨ ਮੂਲ ਚੰਦ ਜੀ, ਗੁਰੂ ਮੰਨਦੇ ਆ ਪੰਡਤ ਨੂੰ। ਹੁਣ ਜੋ ਪੰਡਤ ਨੇ ਕਹਿਣਾ ਜੀ ਉਹ ਸੱਚ ਬਚਨ ਹੈ, ਚਾਹੇ ਸੱਚ ਹੈ ਚਾਹੇ ਝੂਠ ਹੈ। ਪੰਡਤ ਕਹਿੰਦਾ ਕੀ ਮਜਾਲ ਆ ਉਹਨਾਂ ਦੀ, ਤੁਸੀਂ ਪਟਵਾਰੀ ਹੋ, ਪੱਖੋਂ ਕੇ ਰੰਧਾਵਿਆਂ ਦੇ, ਮੰਨਿਆ ਪਟਵਾਰੀ ਦਾ ਪੋਤਾ, ਇਹਦਾ ਭਾਵ ਇਹ ਤਾਂ ਨਹੀਂ ਵੀ ਕੰਮਕਾਰ ਛੱਡ ਕੇ ਮੜੀਆਂ 'ਚ ਬੈਠੇ, ਇੱਕ ਦਰਦੀ ਸਿਆਣਪ ਹੈ। ਸਹਿਤ ਨਿਹ ਕੇ ਸੁਤਾ ਸੋ ਮਿਲਿਓ ਹਿਰਦੇ ਕਲਾਨ। ਤੇ ਪੰਡਤ ਜੀ ਨਾਲ ਨਾਲ ਚੱਲ ਪਏ ਜੀ, ਚਲਦੇ ਚਲਦੇ ਪਹੁੰਚ ਗਏ ਸੁਲਤਾਨਪੁਰ ਲੋਧੀ। ਪਿਤਾ ਅੰਦਰੋਂ ਤੇ ਭਾਵੁਕ ਹੈ, ਭਰਿਆ ਪਿਆ, ਇਹ ਸਮਝ ਲਓ ਬਰੂਦ ਭਰਿਆ ਅੰਦਰ ਤੇ ਕੁਛ ਪੰਡਤ ਨੇ ਭਰਤਾ। ਘਰੇ ਆਏ ਜੈ ਰਾਮ ਜੀ ਨੂੰ, ਬਸ ਜੈ ਰਾਮ ਜੀ ਕੀ ਹੋਈ ਹੈ, ਇਹ ਤੋਂ ਬਾਅਦ ਨਹੀਂ। ਧੀ ਦੇ ਘਰੇ ਆਏ ਸਭ ਤੋਂ ਪਹਿਲਾਂ, ਜਦੋਂ ਧੀ ਨੇ ਪਿਤਾ ਨੂੰ ਵੇਖਿਆ, ਮਾਤਾ ਸੁਲੱਖਣੀ ਭੱਜ ਕੇ ਬਾਪੂ ਦੇ ਪੈਰੀ ਡਿੱਗ ਪਈ, ਕਹਿੰਦੇ ਬਾਬਲਾ ਕਿੱਥੇ ਡੋਬਦਾ ਮੈਨੂੰ। ਪਿਤਾ ਨੂੰ ਨਹੀਂ ਸੁਣਿਆ, ਧੀ ਦੇ ਘਰ ਬੈਠੇ ਕਹਿੰਦੇ ਸੁਣਨਾ ਜਿਹਾ ਘਰ ਲੱਗਦਾ ਹੈ, ਹੁਣ ਨਾ ਤੇ ਕੁਝ ਛੱਕਦੇ ਆ ਨਾ ਛਕਾਉਂਦੇ, ਦੁਖੀ ਨੇ, ਰੋਂਦੇ ਰਹਿੰਦੇ ਆ ਵੀ ਮੇਰਾ ਪਤੀ ਪਤਾ ਨਹੀਂ ਕਿਹੜਿਆਂ ਕੰਮਾਂ 'ਚ ਪੈ ਗਿਆ, ਮੜੀਆਂ 'ਚ ਬੈਠਾ ਹੈ। ਕਹਿੰਦੇ ਆਪਣੀ ਧੀ ਕੋਲ ਬਹਿ ਕੇ ਉਹਨਾਂ ਦੁੱਖ ਸੁੱਖ ਕਰਨਾ ਚਾਹਿਆ। ਪੰਡਤ ਜੀ ਕੋਲ ਹੀ ਬੈਠੇ, ਜਦ ਜਦ ਧੀ ਰਾਣੀ ਰੋਂਦੀ ਹੈ, ਪਿਤਾ ਦੇ ਹੰਝੂ ਆਉਂਦੇ ਨੇ। ਸਵਈਆ ਬਿਲ ਬੈਸ ਗਇਓ ਜਬ ਬੂਝਤ ਭਾਤਬ ਬਾਤ ਬਖਾਣ ਕਰੀ ਪਿਤ ਪਾਸੂ। ਪਿਤਾ ਸਿਆਣੇ ਬਹੁਤ ਨੇ, ਪੁੱਛਦੇ ਕਹਿੰਦੇ ਪੁੱਤ ਤੂੰ ਤਾਂ ਨਹੀਂ ਕਦੇ ਚੰਗਾ ਮਾੜਾ ਕਿਹਾ। ਜਿਹੜੇ ਸਿਆਣੇ ਲੋਕ ਹੁੰਦੇ ਆ ਨਾ ਜੀ, ਉਹ ਪਹਿਲਾਂ ਆਪਣੇ ਬੱਚਿਆਂ ਨੂੰ ਇਕੱਲੇ ਬਿਠਾ ਕੇ ਪੁੱਛਦੇ, ਪੁੱਤ ਕੱਲ ਭਰੀ ਪੰਚਾਇਤ 'ਚ ਤੇਰਾ ਕਸੂਰ ਨਾ ਨਿਕਲੇ, ਸ਼ਰਮਿੰਦਾ ਹੋਣਾ। ਕਹਿੰਦੇ ਪੁੱਤ ਤੂੰ ਕਦੇ ਕੁਝ ਬੋਲਿਆ ਤੇ ਨਹੀਂ, ਨਣਦ ਨੂੰ, ਨਣਦੋਈਏ ਨੂੰ, ਜਾਂ ਗੁਰੂ ਸਾਹਿਬ ਨੂੰ, ਪਤੀ ਆਪਣੇ। ਕਹਿੰਦੇ ਨਹੀਂ ਪਿਤਾ ਜੀ ਮੈਂ ਤੇ ਕਹੇ ਕੁਝ ਨਹੀਂ ਕਦੇ। ਫਿਰ ਹੋਇਆ ਕੀ ਹੈ? ਕਹਿੰਦੇ ਚੰਗੇ ਭਲੇ ਮੋਦੀ ਖਾਨੇ ਨੂੰ ਚਲਾਉਂਦੇ ਸੀ, ਚੁੱਪ ਚਪੀਤੇ ਨਹਾਉਣ ਚਲੇ ਗਏ। ਰੋਂਦੇ ਆ, ਰੋ ਕੇ ਦੱਸਦੇ ਦੁੱਖ, ਕਿਉਂਕਿ ਦੁੱਖ ਦੱਸਣ ਤੇ ਹਮਦਰਦੀ 'ਚ ਫਰਕ ਹੁੰਦਾ। ਜਦੋਂ ਤੁਸੀਂ ਦੁਖੀ ਹੋਵੋਗੇ ਨਾ, ਮੈਂ ਕਹਿੰਦਾ ਬੰਦਾ ਕਿੰਨਾ ਵੀ ਰਿਸਪੈਕਟਡ ਸਾਹਮਣੇ ਬੈਠਾ ਹੋਵੇ, ਬੰਦਾ ਤੂੰ ਕਰਕੇ ਗੱਲ ਕਰਦਾ, ਇਹਨੇ ਮੇਰੇ ਨਾਲ ਆਹ ਕੀਤਾ, ਇਹਨੇ ਮੇਰੇ ਨਾਲ ਉਹ ਕੀਤਾ। ਤੇ ਜਦੋਂ ਦੁੱਖ ਨਹੀਂ ਹੁੰਦਾ ਨਾ, ਬੰਦਾ ਖੁਸ਼ ਹੁੰਦਾ ਹੈ, ਤੇ ਫਿਰ ਉਹ ਤੁਸੀਂ ਕਰਕੇ ਗੱਲਾਂ ਕਰਦੇ ਆ। ਸ਼ਹਿਰੀਆਂ ਨੂੰ ਵੇਖਿਆ ਕਰੋ, 1.5 ਸਾਲ ਦੇ ਜਵਾਕ ਨੂੰ ਤੁਸੀਂ ਬੇਟਾ ਐਸੇ ਕਰਤੀ ਹੋ, ਤੁਮ ਐਸੇ ਕਰਤੀ ਹੋ, ਤੁਸੀਂ ਕਰਦੇ ਆ ਨਾ। ਤੇ ਇਹਨਾਂ ਦੀ ਹਕੀਕਤ ਬਾਹਰ ਜਾ ਕੇ ਵੇਖੋ, ਕੋਈ ਗੱਡੀ ਦੇ ਸਾਹਮਣੇ ਬਜ਼ੁਰਗ ਆ ਜੇ, ਉਹਨੂੰ ਤੂੰ ਕਹਿ ਕੇ ਬੋਲਣਗੇ। ਇਹ ਕੀ ਹੈ? ਕਲਯੁਗ ਦਾ ਜ਼ਮਾਨਾ ਹੈ। ਤੋਤਲਿਆਂ ਨੂੰ ਲੋਕ ਤੁਸੀਂ ਆਖਣਗੇ ਤੇ ਸਿਆਣਿਆਂ ਨੂੰ ਤੂੰ ਕਹਿਣਗੇ। ਆਖੋ ਸਤਿਨਾਮ। ਇਹ ਮੂਰਖਤਾ ਬਹੁਤ ਵੱਡੀ। ਜਿਸ ਉਮਰ ਵਿੱਚ ਸਮਝਾਉਣਾ ਸੀ, ਉਹਨਾਂ ਨੂੰ ਤਾੜਨਾ ਸੀ, ਉਦੋਂ ਤੁਸੀਂ ਜੀ। ਤੇ ਜਦੋਂ ਫਿਰ ਉਹ ਵੱਡਿਆਂ ਸਾਹਮਣੇ ਬੋਲਦੇ, ਫਿਰ ਉਹ ਤੁਸੀਂ ਸੁਣਨ ਦੇ ਆਦੀ ਨੇ। ਉਹ ਤੂੰ ਨਹੀਂ ਜਾਣ ਸਕਦੇ ਕਿਸੇ ਦੀ, ਕਿਉਂਕਿ ਮਾਪਿਆਂ ਨੇ ਤੂੰ ਸੁਣਨਾ ਤੇ ਸਿਖਾਇਆ ਹੀ ਨਹੀਂ ਸੀ ਕਦੇ। ਫਿਰ ਵੈਰ ਵਿਰੋਧ, ਲੜਾਈਆਂ ਝਗੜੇ, ਸਿਰ ਪਾੜਨੇ, ਇਹ ਕੁਝ ਚੱਲਦਾ ਹੈ। ਇਹ ਸਮਾਜ ਦੀ ਦੇਣ ਹੈ। ਪਿਤਾ ਨੇ ਸਾਰੀਆਂ ਗੱਲਾਂ ਸੁਣੀਆਂ, ਸੁਣ ਕੇ ਉਹ ਗੁਰੂ ਸਾਹਿਬ ਦੇ ਵਿਰੁੱਧ ਹੋ ਗਏ। ਪਹਿਲਾਂ ਵੀ ਕਿਹੜਾ ਪੋਜ਼ਿਟਿਵ ਸੀ, ਕਹਿੰਦੇ ਅੱਛਾ ਮੈਨੂੰ ਤੇ ਪਹਿਲਾਂ ਹੀ ਲੱਗਦਾ ਸੀ ਵੀ ਇਹ ਹੈ ਹੀ ਨਕਮਾ। ਸਤਿਨਾਮ। ਸਤਿਗੁਰਾਂ ਦੇ ਸਹੁਰਾ ਸਭ ਮੂਲ ਚੰਦ ਆਪਣੀ ਧੀ ਕੋਲ ਬਹਿ ਕੇ ਆਪਣੇ ਜਵਾਈ ਨੂੰ ਕਹਿ ਰਹੇ ਆ, ਪੁੱਤ ਚਿੰਤਾ ਨਾ ਕਰ ਤੂੰ, ਮੈਂ ਆ ਗਿਆ ਨਾ। ਹੁਣ ਵੇ ਕੀ ਸਮਝਾ ਰਹੇ ਬਾਪੂ ਜੀ, ਉਹਨੇ ਨਹੀਂ ਸਮਝਣਾ। ਪਤਾ ਨਹੀਂ ਉਹਨੂੰ ਹੋਇਆ ਕੀ ਹੈ, ਉਹ ਕਿਸੇ ਦੀ ਸੁਣਦਾ ਨਹੀਂ। ਪਤ ਬੇਖ ਫਕੀਰ ਸਰੀਰ ਤਰਾ ਧਨ ਦੀਨ ਲੁਟਾਏ ਕੇ ਸ਼ੋਰ ਅਵਾਸੂ। ਮੇਰੇ ਪਤੀ ਨੇ ਘਰ ਛੱਡ ਦਿੱਤਾ ਜੀ, ਪਿਤਾ ਜੀ ਤਨ ਤੇ ਲਿਬਾਸ ਉਹਨੇ ਫਕੀਰਾਂ ਵਾਲਾ ਪਾਇਆ ਹੋਇਆ ਹੈ। ਜਾ ਕੇ ਵੇਖੋ ਤੇ ਸਹੀ, ਕਿੰਨੇ ਸੋਹਣੇ ਕੱਪੜੇ ਪਾਏ ਆ, ਜੱਚਦੇ ਆ, ਤਾਨੇ ਆ। ਇਹ ਫਕੀਰਾਂ ਵਾਲਾ ਲਿਬਾਸ ਪਾਇਆ, ਮੋਦੀ ਖਾਨਾ ਸਾਰਾ ਉਜਾੜਤਾ। ਵੇਖੋ ਸਾਰਾ ਸਮਾਨ ਘਰੇ ਪਿਆ, ਵੀ ਇਹਨਾਂ ਨੇ ਬਚਾਇਆ। ਛੱਡਤੀ ਨੌਕਰੀ, ਇਸੇ ਨੌਕਰੀ ਕਰਕੇ ਰਿਸ਼ਤਾ ਹੋਇਆ ਸੀ। ਆਖੋ ਸਤਿਨਾਮ। ਤਾਨੇ ਚੱਲਦੇ ਆ। ਸਮਾਜ ਹੈ ਇਹ। ਕਿਸੇ ਨੂੰ ਜ਼ਮੀਨ ਕਰਕੇ ਰਿਸ਼ਤਾ ਹੋਇਆ ਹੋਵੇ ਤੇ ਮੁੰਡਾ ਸਮਾਜ ਵੇਖ ਕੇ ਵੇਚ ਦੇਵੇ ਵੀ ਚੱਲ ਹੁਣ ਕੈਨੇਡਾ ਕਨੂਡਾ ਗੇੜਾ ਮਾਰੀ ਅੱਗੇ, ਫਲੈਟ ਫਲੂਟ ਲੈ ਲਈਏ, ਪੈ ਜੇ ਘਰ ਦਾ। ਤੇ ਪਤਨੀ ਸਾਰੀ ਜ਼ਿੰਦਗੀ ਖਹਿੜਾ ਨਹੀਂ ਛੱਡਦੀ। ਹਾਂ ਜ਼ਮੀਨ ਵੇਚ ਕੇ ਖਾ ਗਏ ਹੈ,
ਇਸੇ ਕਰਕੇ ਰਿਸ਼ਤਾ ਹੋਇਆ। ਤੈਨੂੰ ਕੌਣ ਪੁੱਛਦਾ ਸੀ? ਉਹ ਸੱਚੀ ਬੰਦੇ ਦੀ ਕੋਈ ਵੈਲਿਊ ਨਹੀਂ, ਇੱਥੇ ਸਭ ਪੈਸੇ ਦਾ ਹੀ ਰੋਲ ਹੈ। ਤੁਹਾਡੀ ਜੇਬ 'ਚ ਪੈਸਾ ਨਾ, ਬੰਦਾ ਅੰਨਾ ਵੀ ਹੋਵੇ ਭੋਲਾ ਵੀ ਹੋਵੇ, ਲੋਕੀ ਕਦੇ ਕਰਦੇ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜ਼ਮਾਨਾ ਉਹਨਾਂ ਨੂੰ ਆਪਣੀ ਤਕੜੀ 'ਚ ਤੋਲ ਰਿਹਾ। ਉਹ ਰੱਬ ਨੇ, ਪਰਮਾਤਮਾ ਨੇ, ਉਹਨਾਂ ਨੂੰ ਸਿਰਫ ਸਮਝਣ ਵਾਲੇ ਜਾਂ ਭਾਈ ਬਾਲਾ ਜੀ ਨੇ ਜਾਂ ਭੈਣ ਨਾਨਕੀ। ਬਾਕੀ ਕਿ ਸਮਾਜ ਹੈ। ਤੁਸੀਂ ਕਹੋਗੇ ਕਿ ਗੁਰੂ ਸਾਹਿਬ ਦੇ ਪਤਨੀ ਸਮਝਦੇ ਨਹੀਂ ਸੀ, ਸਮਝਦੇ ਸੀ, ਅਜੇ ਮਰਦ ਸਮਝਾਉਣਾ ਨਹੀਂ ਚਾਹੁੰਦੇ। ਜੇ ਅੱਜ ਹੀ ਉਹਨਾਂ ਨੂੰ ਸਮਝਾਤਾ, ਉਹ ਤੇ ਚੌਂਕੜਾ ਲਾ ਕੇ ਬਹਿ ਜਾਣਗੇ, ਰੱਬ ਰੱਬ ਕਰਨ ਲੱਗ ਜਾਣਗੇ। ਫਿਰ ਆ ਚੋਰ ਕਿੱਥੋਂ ਵਰਤਣੇ ਸੀ? ਭਰਮ ਪਾਇਆ ਹੋਇਆ ਉਹਨਾਂ ਨੇ। ਕਹਿੰਦੇ ਆਪਣੇ ਪਿਤਾ ਕੋਲ ਬਹਿ ਕੇ ਪਤੀ ਦੀ ਰੱਜ ਕੇ ਬੁਰਾਈ ਕੀਤੀ। ਹਰ ਦੁਖੀ ਬੰਦਾ ਕਰਦਾ ਜੀ, ਅੱਜ ਵੀ ਕਰਦੇ ਆ। ਭਾਵੇਂ ਪਤੀ ਪਤਨੀ ਦੀ ਕਿੰਨੀ ਮਰਜ਼ੀ ਬਣਦੀ ਹੋਵੇ, ਜਦੋਂ ਧੀ ਨੇ ਮਾਂ ਕੋਲ ਬਹਿਣਾ ਨਾ, ਉਹਨੇ ਨਹੀਂ ਕਦੇ ਮਾਂ ਦੀ ਧੀ ਨੇ ਕਹਿਣਾ ਵੀ ਮੇਰਾ ਪਤੀ ਬਹੁਤ ਚੰਗਾ ਹੈ, ਸੱਸ ਬੜੀ ਚੰਗੀ। ਚੰਗੇ ਨੂੰ ਵੀ ਉਹਨੇ ਬੁਰਾ ਬਣਾ ਕੇ ਪੇਸ਼ ਕਰਨਾ। ਇਹੀ ਕੰਮ ਪੁੱਤ ਵਾਲਿਆਂ ਦਾ ਹੁੰਦਾ ਹੈ। ਨੂੰਹ ਨੂੰ ਉੱਤੋਂ ਤੋਂ ਚੰਗਾ ਕਹਿਣਗੇ ਸਾਹਮਣੇ, ਪਿੱਠ ਪਿੱਛੋਂ ਕਹਿੰਦੇ ਜਿੱਦਣ ਦੀ ਕਲਮੋਹੀ ਆਈ ਘਰ 'ਚ ਦੇਖ ਲਾ ਕੰਧਾਂ ਕਰਾਈਆਂ ਪਈਆਂ। ਆਹ ਕੁਛ ਬੋਲਦੇ ਆ ਲੋਕ। ਇਹ ਸਮਾਜ ਹੈ। ਜਦੋਂ ਕਹਿੰਦੇ ਜੀ ਮਾਤਾ ਸੁਲੱਖਣੀ ਨੇ ਆਪਣੇ ਪਤੀ ਬਾਰੇ ਬੋਲਿਆ, ਫਕੀਰ ਬਣਿਆ ਫਿਰਦਾ ਹੈ, ਸਾਧ ਬਣਿਆ ਫਿਰਦਾ ਹੈ, ਇਹਨੂੰ ਕੀ ਪਤਾ ਹੈ ਘਰ ਪਰਿਵਾਰ ਕਿਵੇਂ ਚੱਲਦਾ ਹੈ। ਪਿਤਾ ਜੀ ਸੋਚ ਤੇ ਲੈਂਦੇ ਤੁਸੀਂ, ਮੈਨੂੰ ਕਿਸ ਬੰਦੇ ਨਾਲ ਵਿਆਹਿਆ ਹੈ ਜਿਹਨੂੰ ਗ੍ਰਸਥ ਧਰਮ ਦਾ ਪਤਾ ਕੁਝ ਨਹੀਂ। ਤਿੰਨ ਤੀਨ ਰਹੇ ਮਦ ਨੀਰ ਨਦੀ, ਪੁਨ ਤੀਰ ਆਏ ਨਾ ਛੋਇਓ ਜਲ ਜਾਸੂ। ਪੰਡਤ ਜੀ ਪੁੱਛਦੇ ਆ, ਕਹਿੰਦੇ ਧੀਏ ਕਦੋਂ ਤੋਂ ਹੋਇਆ? ਕਹਿੰਦੇ ਜੀ 3 ਦਿਨ ਵੇਈ ਨਦੀ 'ਚ ਗਏ ਰਹੇ, ਪਤਾ ਨਹੀਂ ਉੱਥੇ ਕੀ ਕਰਕੇ ਆਏ। ਦੁਨਿਆਵੀ ਤੌਰ ਤੇ ਗੱਲ। ਹਾਂ, ਜਦੋਂ ਗੁਰੂ ਦੀ ਗੱਲ ਆਊਗੀ ਨਾ, ਤੇ ਫਿਰ ਗੁਰੂ ਗੁਰੂ ਜਪਣ ਵਾਲਾ ਇਸ ਬੋਲੀ 'ਚ ਨਹੀਂ ਬੋਲਦਾ, ਇਹ ਸੰਸਾਰ ਦੀ ਬੋਲੀ। ਕਹਿੰਦੇ 3 ਦਿਨ ਵੇਈ ਨਦੀ 'ਚ ਡੁੱਬੇ ਰਹੇ, 3 ਦਿਨਾਂ ਬਾਅਦ ਨਿਕਲੇ ਨੇ, ਪਤਾ ਨਹੀਂ ਕੀ ਹੋ ਗਿਆ। ਅੱਗੋਂ ਪੰਡਤ ਕਹਿੰਦਾ ਕੋਈ ਇੱਲ ਬਲਾ ਚਿੰਬੜ ਗਈ ਹੋਣੀ, ਆਖੋ ਸਤਨਾਮ। ਉਹਨੇ ਤਾਂ ਉਹੀ ਗ੍ਰਹਿ ਜੇ ਘਮਾਉਣੇ ਆ ਨਾ ਜਿਹੜੇ ਅਜੇ ਤੱਕ ਨਾ ਸੰਭਲੀ ਹੋਵੇ। ਚੰਦਰਮਾ ਆ ਗਿਆ ਜੀ, ਰਾਹੂ ਆ ਗਿਆ, ਕੇਤੂ ਆ ਗਿਆ, ਫਲਾਣਾ ਹੋ ਗਿਆ। ਵੀ ਜੇ ਤੇਰੀ ਜੇਬ 'ਚ 1500 5000 ਪਾਤਾ, ਸਾਰੇ ਇਕੱਠੇ ਹੋ ਜਾਣਗੇ, ਠੀਕ ਹੋ ਜਾਣਗੇ, ਉਹਦੀ ਸੈੱਟ ਹੋ ਜਾਂਦੇ। ਜਿਨ੍ਹਾਂ ਗ੍ਰਹਿਾਂ ਦੀ ਦਿਸ਼ਾ ਅੱਜ ਵੀ ਪ੍ਰਕਾਸ਼ ਵਰੇ ਦੇ ਹਿਸਾਬ ਨਾਲ ਕਿਲੋਮੀਟਰਾਂ 'ਚ ਹੈ, ਆ ਇੱਕ ਚੱਕ ਨਾਲ ਅਸੀਂ ਕਰ ਦਿੰਦੇ ਆ। ਪੰਡਤ ਕਹਿੰਦਾ ਮੂਲ ਚੰਦ ਜੀ ਚਲੋ ਆਪਾਂ ਚੱਲੀਏ, ਸਮਝਾ ਕੇ ਆਈਏ। ਲੱਗਦਾ ਹੈ ਕੋਈ ਸਾੜ ਸਤੀ ਭਾਰੂ ਹੈ, ਪਾਣੀ ਵਿੱਚੋਂ ਕੁਝ ਚਿੰਬੜ ਗਿਆ ਹੋਣਾ। ਹਲ ਗੋਰ ਮੜੀ ਮਿਹ ਆਸਨ ਕੀਨ, ਕਹੈ ਨ ਸੁਣੇ ਜੋ ਭਨੈ ਕਛਤਾਸੂ। ਮਾਤਾ ਸੁਲੱਖਣੀ ਆਪਣੇ ਪਿਤਾ ਨੂੰ ਕਹਿੰਦੇ ਬਾਪੂ ਜੀ ਨਾ ਕਿਸੇ ਦੀ ਸੁਣਦੇ ਨੇ, ਨਾ ਕਿਸੇ ਦੀ ਮੰਨਦੇ ਨੇ, ਸਾਰਾ ਦਿਨ ਧੂੜ ਉਡਾਉਂਦੇ ਰਹਿੰਦੇ, ਉੱਥੇ ਹੀ ਸੌਂਦੇ ਆ, ਘਰੇ ਨਹੀਂ ਆਉਂਦੇ, ਨਾ ਕਦੇ ਬੱਚਿਆਂ ਦਾ ਹਾਲ ਪੁੱਛਿਆ, ਨਾ ਕਦੇ ਮੇਰੇ ਬਾਰੇ ਪੁੱਛਿਆ। ਬਸ ਇਹ ਸਮਝ ਲਓ ਵੀ ਘਰ ਪੱਕਾ ਹੀ ਛੱਡ ਗਏ, ਰੋਣ ਲੱਗੇ ਗਏ। ਮਾਪਿਆਂ ਤੋਂ ਧੀ ਪੁੱਤ ਰੋਂਦੇ ਨਹੀਂ ਚਲੇ ਜਾਂਦੇ। ਪਿਤਾ ਨੇ ਪੁੱਤਰੀ ਨੂੰ ਗਲ ਲਾਇਆ, ਹੌਸਲਾ ਦਿੱਤਾ, ਪੁੱਤ ਰੋ ਨਾ, ਸਿਰ ਤੇ ਹੱਥ ਰੱਖਿਆ, ਨਾ ਚਿੰਤਾ ਨਾ ਕਰ। ਵੇਖ ਜੈ ਰਾਮ ਦੱਸ ਘਰੇ ਹੈ ਕਿਉਂ? ਇੱਧਰ ਨੂੰ ਕਿਉਂ ਆਉਂਦੇ ਆ? ਇੱਕ ਤੇ ਸਤਿਗੁਰਾਂ ਦੇ ਰਿਸ਼ਤੇਦਾਰ ਨੇ ਤੇ ਦੂਜੇ ਸੁੱਖ ਨਾਲ ਵਿਚੋਲੇ ਨੇ, ਆਖੋ ਸਤਿਨਾਮ। ਵਿਚੋਲਿਆਂ ਨੂੰ ਤੇ ਫਿਰ ਛਾਪ ਛੱਲਾ ਪੈਂਦਾ ਹੀ ਹੁੰਦਾ ਹੈ, ਪੈਂਦਾ ਹੀ ਪੈਂਦਾ। ਇਹਦੇ ਜੈ ਰਾਮ ਜੀ ਨੂੰ ਪਤਾ ਲੱਗ ਗਿਆ ਮੂਲ ਚੰਦ ਜੀ ਆਏ ਆ, ਬੜਾ ਗਰਮ ਹੋ ਕੇ ਬੋਲਦੇ ਆ, ਉੱਚੀ ਉੱਚੀ ਸੁਣਾ ਰਹੇ ਨੇ ਘਰੇ ਧੀ ਦੇ ਘਰ, ਪੁੱਤ ਕੋਈ ਗੱਲ ਨਹੀਂ, ਚਿੰਤਾ ਨਾ ਕਰ, ਬੰਦੇ ਬਣਾ ਦਿਆਂਗੇ ਨਾ, ਸਮਝਾ ਦਿਆਂਗੇ, ਜੇ ਨਹੀਂ ਗੱਲ ਹੋਊ ਤੈਨੂੰ ਪਿੰਡ ਲੈ ਜਾਵਾਂਗੇ। ਚੋਪਈ ਸੁਣ ਤਨ ਜਬਾਨੀ ਨਿਜ ਕਾਨਾ, ਭਇਓ ਕ੍ਰੋਧ ਮੈਂ ਬਹੁ ਕਲ ਤਾਨਾ। ਜਦੋਂ ਕਹਿੰਦੇ ਆਪਣੀ ਧੀ ਕੋਲੋਂ ਸਾਰਾ ਕੁਝ ਸੁਣ ਲਿਆ, ਉਹਨਾਂ ਦੇ ਚਾਰਜਸ ਇੱਧਰ ਆ ਗਏ। ਹੁਣ ਬੋਲੀ ਦੇ ਪਿਤਾ ਦੇ ਮਨ 'ਚ ਗੁੱਸਾ, ਕ੍ਰੋਧ ਨੇ ਵੈਰ ਪੈਦਾ ਕਰਤਾ ਹੁੰਦਾ ਜੀ, ਵੈਰ। ਕਹਿੰਦਾ ਬੜੀ ਮਾੜੀ ਗੱਲ ਹੈ। ਮੈਂ ਸੋਚਿਆ ਸੀ ਬੜੇ ਖਾਨਦਾਨ ਵਾਲੇ ਬੰਦੇ ਆ, ਪਟਵਾਰੀ ਦਾ ਪੁੱਤਰ ਹੈ, ਚੰਗਾ ਚੋਖਾ ਕਮਾਉਂਦਾ, ਸਮਝਦਾਰ ਹੋਊਗਾ, ਇਹ ਇਹੋ ਜਿਹਾ ਨਿਕਲਿਆ। ਇਹ ਤੇ ਹੁਣ ਪਿੰਡ ਵਾਲਿਆਂ ਨੂੰ ਪੁੱਛ ਕੇ ਵੇਖੋ ਜਾਂ ਸ਼ਹਿਰ ਵਾਲਿਆਂ ਨੂੰ ਵੀ ਜਦੋਂ ਹੁੰਦਾ ਘਰੇ ਤੇ ਕੀ ਹੁੰਦਾ, ਉਹ ਫਿਰ ਜਦੋਂ ਬੋਲਦਾ ਨਾ ਕੋਈ ਆ ਕੇ ਚੱਲਿਆ ਨਹੀਂ ਜਾਂਦਾ। ਜੈ ਰਾਮ ਜੀ ਬੜੇ ਨਾਈਸ ਪਰਸਨ ਸਨ, ਕਦੇ ਮਾੜਾ ਨਹੀਂ ਸੀ ਬੋਲਦੇ। ਭੈਣ ਨਾਨਕੀ ਤੇ ਫਰਕ ਹੀ ਨਹੀਂ ਸੀ ਪੈਂਦਾ, ਕਹਿੰਦੇ ਜਿਹਨੇ ਜੋ ਕਹਿਣਾ ਕਹਿ ਦਿਓ, ਕੋਈ ਫਰਕ ਨਹੀਂ ਹੈ। ਹੁਣ ਇੱਥੇ ਮੂਲ ਚੰਦ ਸਤਿਗੁਰਾਂ ਦੀ ਸਹੁਰਾ ਸਾਹਿਬ ਸਤਿਕਾਰ ਜੋ, ਉਹਨਾਂ ਨੇ ਇੰਨੇ ਪਿਆਰ ਦੇ ਸ਼ਬਦ ਵਰਤੇ, ਸਾਰਾ ਸ਼ਰੀਕਾ ਇਕੱਠਾ ਹੋ ਗਿਆ। ਹਰਕਤ ਅਦਰ ਲਾਲ ਕੀਆ ਨੈਨਾ,
ਮੁਖ ਤੇ ਬੋ ਬੋਲਤ ਦੁਰਬੈਨਾ। ਪਹਿਲਾਂ ਤੇ ਵਿਹੜੇ 'ਚ ਖੜ ਕੇ ਬੋਲੇ, ਕਹਿੰਦੇ ਅੱਖਾਂ ਲਾਲ, ਬੁੱਲ ਫਰਕਣ, ਗੁੱਸਾ ਚੜਿਆ ਹੋਇਆ, ਪਤਾ ਨਹੀਂ ਕੀ ਕਰ ਦੇਣਾ ਅੱਜ। ਤੇ ਧੀ ਨੂੰ ਹੌਸਲਾ ਸੀ, ਬਾਪੂ ਜੀ ਆ ਗਏ ਸਮਝਾਉਣਗੇ, ਅੱਗੇ ਵੀ ਆਏ ਸੀ ਸਮਝਾ ਕੇ ਗਏ ਸੀ। ਜੈ ਰਾਮ ਜੀ ਦੇ ਘਰ ਆ ਗਏ, ਕਹਿੰਦੇ ਵਾਹ ਓਏ ਜੈ ਰਾਮਾ, ਤੂੰ ਨਹੀਂ ਹਟਿਆ ਵਿਹੜੇ ਵਿੱਚ ਵੱਟੇ ਪਾਉਣ। ਉਦੋਂ ਤੇ ਬੜੀਆਂ ਸਿਫਤਾਂ ਕਰਦਾ ਸੀ, ਮੁੰਡਾ ਬੜਾ ਚੰਗਾ ਹੈ ਜੀ, ਬੜਾ ਸਾਊ ਹੈ, ਨੇਕ ਸੁਭਾਅ, ਨੇਕ ਇਨਸਾਨ। ਮੜੀਆਂ 'ਚ ਰਹਿੰਦੇ ਆ, ਸ਼ਮਸ਼ਾਨ 'ਚ ਰਹਿੰਦੇ ਆ, ਘਰ ਬਾਰ ਲਟਾਉਂਦੇ ਨੇ। ਗਰਭ ਲਟਾਵਣ ਕੀ ਸੁਧ ਸੁਣ ਕੇ, ਸਹਿ ਨ ਸਕਿਓ ਗਮਨਿਓ ਸਿਰ ਧੁਨ ਕੇ। ਇੰਨਾ ਗੁੱਸਾ ਉਦੋਂ ਚੜ ਗਿਆ ਜਦੋਂ ਧੀ ਨੇ ਕਿਹਾ ਨਾ, ਪਿਤਾ ਜੀ ਮੋਦੀ ਖਾਨਾ ਵੀ ਲੁਟਾਤਾ, ਜੋ ਘਰ ਪੈਸੇ ਸੀ ਉਹ ਵੀ ਵੰਡ ਵੰਡ ਤੇ ਲੋਕਾਂ ਨੂੰ, ਕੁਛ ਨਹੀਂ ਰੱਖਿਆ ਘਰੇ। ਬਸ ਫਿਰ ਬਾਪੂ ਜੀ ਪੈਸੇ ਦੀ ਗੱਲ ਸੁਣ ਕੇ ਆਪੇ ਤੋਂ ਬਾਹਰ, ਇਹ ਕਿਤੋਂ ਬਰਦਾਸ਼ਤ ਹੁੰਦਾ ਜੀ। ਸਾਰੀਆਂ ਗੱਲਾਂ ਬੰਦਾ ਬਰਦਾਸ਼ਤ ਕਰ ਲੈਂਦਾ, ਜਦੋਂ ਪਤਾ ਲੱਗਦਾ ਨਾ ਪੁੱਤ ਨੇ ਨਜਾਇਜ਼ ਸਭ ਕੁਝ ਉਜਾੜ ਦਿੱਤਾ, ਪੈਸੇ ਬਰਬਾਦ ਕਰਤੇ, ਅਗਲਾ ਕਹਿੰਦਾ ਘਰੋਂ ਚੱਲ ਓਏ ਤੂੰ ਸਾਡਾ ਕੁਛ ਨਹੀਂ ਕਰਦਾ। ਅੱਜ ਵੀ ਮਾਂ ਬਾਪ ਕੱਢ ਦਿੰਦੇ ਪੈਸੇ ਪਿੱਛੇ, ਤੇ ਫਿਰ ਪੈਸੇ ਪਿੱਛੇ ਮਾਪਿਆਂ ਨੂੰ ਪੁੱਤ ਧੀ ਵੀ ਕੱਢ ਦਿੰਦੇ। ਆਖੋ ਸਤਿਨਾਮ। ਪੈਸਾ ਇੱਕ ਚੇਨ ਹੈ ਜੋੜ ਕੇ ਰੱਖਣ ਨੂੰ ਦੁਨੀਆ ਵਾਸਤੇ, ਹੋਰ ਕੋਈ ਇੱਥੇ ਰਿਸ਼ਤਾ ਨਹੀਂ। ਜਦ ਜਿਹਦੀ ਜੇਬ ਭਾਰੀ ਹੈ ਲੋਕੀ ਉਸੇ ਨਾਲ ਯਾਰੀ ਲਾਉਂਦੇ, ਜਿਹਦੇ ਕੋਲ ਕੁਝ ਹੋਏਗਾ ਲੋਕੀ ਜਨਾਬ ਕਹਿ ਕੇ ਬੁਲਾਉਂਦੇ ਆ, ਰਿਸ਼ਤੇਦਾਰ ਕਹਿ ਕੇ ਬੁਲਾਉਂਦੇ ਆ। ਜਿੱਦਣ ਜੇਬ ਘਟ ਗਈ ਨਾ ਢਿੱਲੀ ਹੋ ਗਈ, ਕੋਈ ਆਪਣੇ ਵੀ ਕਹਿੰਦੇ ਆ ਤੂੰ ਭਾਰ ਸਾਡੇ ਤੇ, ਤੂੰ ਜੰਮਿਆ ਹੀ ਨਹੀਂ ਸੀ। ਹੁਣ ਜਦੋਂ ਜੈ ਰਾਮ ਸੁਣ ਕੇ ਬੜੇ ਹੈਰਾਨ ਹੋਏ, ਕਹਿੰਦੇ ਤਾਨੇ ਮਾਰਦੇ ਉਹਨਾਂ ਨੂੰ, ਕਹਿੰਦੇ ਤੇਰਾ ਕਮਾਊ ਕਿੱਥੇ ਹੈ, ਮੋਦੀ ਖਾਨਾ ਕਿੱਥੇ ਹੈ, ਬੜੀਆਂ ਰੌਣਕਾਂ ਲੱਗਦੀਆਂ ਸੀ, ਕਹਿੰਦੇ ਬੜਾ ਦਾਨੀ ਹੈ, ਸਭ ਕੁਝ ਹੀ ਉਜਾੜ ਗਿਆ। ਜੈ ਰਾਮ ਹੱਥ ਜੋੜ ਕੇ ਕਹਿੰਦੇ ਮਾਸੜ ਜੀ ਬੈਠੇ ਹੁੰਦੇ ਸਹੀ। ਭੈਣ ਨਾਨਕੀ ਬੜੀ ਇੱਜ਼ਤ ਕਰਦੇ, ਕਹਿੰਦੇ ਮਾਸਟਰ ਜੀ ਗੁੱਸਾ ਨਾ ਕਰੋ, ਬੈਠੋ ਪਾਣੀ ਪੀਓ। ਕਹਿੰਦੇ ਪਾਣੀ ਪੀਣ ਥੋੜੀ ਆਇਆ, ਮੈਨੂੰ ਤੇ ਚੈਨ ਨਹੀਂ ਜਦੋਂ ਪਤਾ ਲੱਗਿਆ ਵੀ ਮੇਰੀ ਧੀ ਨਾਲ ਆਹ ਕੁਛ ਹੁੰਦਾ ਹੈ। ਉਹ ਫਿਰ ਵੀ ਨਹੀਂ ਬੋਲੇ ਕੁਛ। ਪਰ ਹੁਣ ਮੂਲ ਚੰਦ ਜੀ ਉਹਨਾਂ ਨਾਲ ਪੰਡਤ ਹੈ, ਪੰਡਤ ਦੀ ਸ਼ਹਿ ਤੇ ਇਹ ਕਹਿ ਲਓ ਪੰਜਾਬੀ ਬੋਲੀ 'ਚ ਵੀ ਨੱਚਦੀ ਫਿਰਦੇ ਘਰ 'ਚ। ਜਦੋਂ ਕੋਈ ਬਜ਼ੁਰਗ ਗੁੱਸੇ 'ਚ ਆਇਆ ਹੁੰਦਾ ਨਾ, ਉਹਨੂੰ ਡਰ ਡਰ ਕਿਸੇ ਦਾ ਨਹੀਂ ਹੁੰਦਾ, ਬਸ ਉਹ ਬਾਗੀਆਂ ਜਿਹੀਆਂ ਪਾਉਂਦਾ ਫਿਰਦਾ, ਗਾਲਾਂ ਕੱਢ ਕੇ ਇੱਧਰ ਨੂੰ ਕਦੇ ਉੱਧਰ ਨੂੰ, ਕਦੇ ਆਹ ਬੋਲਦਾ ਉਹ ਬੋਲਦਾ। ਤੇ ਜੈ ਰਾਮ ਵੇਖਦੇ ਆ ਵੀ ਲੋਕ ਉੱਠ ਉੱਠ ਵੇਖ ਰਹੇ ਆ ਬਾਹਰ। ਸੁਭਾਵਿਕ ਗੱਲ ਹੈ, ਪਿੰਡ 'ਚ ਗੱਲ ਹੋਈ ਹੋਵੇ ਤੇ ਪਤਾ ਨਾ ਲੱਗੇ। ਸ਼ਰੀਕਾ ਤੇ ਬੜਾ ਖੁਸ਼ ਹੈ, ਕਹਿੰਦੇ ਵੇਖਿਆ ਫਿਰ ਮਹਾਭਾਰਤ ਚੱਲਦੀ ਆ। ਆਖੋ ਸਤਿਨਾਮ। ਆਹੀ ਰਹਿੰਦਾ ਇੱਥੇ। ਪਰ ਜੈ ਰਾਮ ਅੰਦਰੋਂ ਬੜੇ ਦੁਖੀ ਇਸੇ ਚੀਜ਼ ਤੋਂ ਤੇ ਡਰਦੇ ਸੀ ਵੀ ਜੇ ਗੁਰੂ ਸਾਹਿਬ ਦੇ ਸਹੁਰਾ ਸਾਹਿਬ ਆਏ ਮੈਨੂੰ ਪੁੱਛਣਗੇ ਕੀ ਜਵਾਬ ਦੇਵਾਂਗਾ। ਅਜੇ ਇੱਕ ਡਰ ਹੋਰ ਹੈ ਵੀ ਅਜੇ ਤੇ ਮੂਲ ਚੰਦ ਆਏ ਨੇ, ਕੱਲ ਨੂੰ ਆਉਣਗੇ ਕਲਿਆਣ ਚੰਦ ਜੀ, ਮਨਾ ਕੀ ਬਣੂਗਾ ਆਪਣਾ। ਰੱਬ ਹੀ ਬਚਾਵੇ ਇਹੋ ਜਿਹੇ ਔਖੇ ਕੰਮਾਂ ਤੋਂ। ਇੰਨੀਆਂ ਚਿੰਤਾਵਾਂ ਨੇ, ਇੰਨਾ ਕੁਝ ਹੋ ਰਿਹਾ, ਇਹ ਸਭ ਚੋਜ ਮੇਰੇ ਉਸ ਪਾਤਸ਼ਾਹ ਦੇ ਨੇ। ਅੱਜ ਦੀ ਕਥਾ 'ਚ ਕੀ ਸਿੱਖਿਆ? ਲੜਾਈਆਂ ਕਰੀਏ, ਲੜੀਏ ਨਹੀਂ। ਭੈਣ ਨਾਨਕੀ ਜੀ ਤੋਂ ਸਿੱਖਿਆ ਹੋਣਾ ਵੀ ਬੋਲਣਾ ਕੁਛ ਨਹੀਂ ਹੈ। ਇਹ ਸਮਾਜ ਦੇ ਦੁੱਖ ਸੁੱਖ ਸਭ ਵਿੱਚ ਆਉਂਦੇ ਆ, ਇਹਨਾਂ ਵਿੱਚ ਡੋਲਣਾ ਨਹੀਂ ਹੁੰਦਾ। ਆਖੋ ਸਤਿਨਾਮ। ਅੱਜ ਦੀ ਸਿੱਖਿਆ ਇਹ ਹੈ, ਕੁਛ ਵੀ ਤੁਹਾਡੇ ਨਾਲ ਕੁਛ ਡੋਲੋ ਨਾ। ਪਰਮਾਤਮਾ ਕੇ ਬੇਨਤੀ ਕਰੋ, ਸੱਚੇ ਪਾਤਸ਼ਾਹ ਕਲੇਸ਼ ਵੀ ਤੂੰ, ਕਲੇਸ਼ ਮਟਾਉਣ ਵਾਲਾ ਵੀ ਤੂੰ ਹੈ। ਜਾਪ ਸਾਹਿਬ ਪੜ੍ਹੇ ਹੋ ਕਦੇ? ਮਰਦ 'ਚ ਲਿਖ ਰਹੇ ਆ, ਕਹਿੰਦੇ ਦੁਸ਼ਮਣ ਵੀ ਤੂੰ, ਮਿੱਤਰ ਵੀ ਤੂੰ, ਚੰਦ ਵੀ ਤੂੰ, ਸੂਰਜ ਵੀ ਤੂੰ, ਕਲ ਹੈ ਕਲੇਸ਼ ਵੀ ਤੂੰ ਤੇ ਮਟਾਉਣ ਵਾਲਾ ਵੀ ਤੂੰ ਹੈ। ਐ ਪਾਤਸ਼ਾਹ ਸਭ ਤੇਰੀ ਰਜ਼ਾ 'ਚ ਹੀ ਹੋ ਰਿਹਾ, ਇਹਨੂੰ ਮਿਟਾ ਦਿਓ, ਇਹਨੂੰ ਟਾਲ ਦਿਓ। ਤੇ ਹੁਣ ਜੋ ਕੁਝ ਵੀ ਹੋਣਾ ਜੀ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ, ਕਿਉਂਕਿ ਸਮਝਾਉਣ ਵਾਲੇ ਆਏ ਹੋਏ ਆ। ਅੱਗੇ ਵੇਖਦੇ ਹਾਂ ਕੀ ਕੁਛ ਹੋਣਾ ਹੈ। ਸਮਾਂ ਬਿਲਕੁਲ ਸਮਾਪਤ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।